ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅਕਾਲ ਪੁਰਖ ਜੀ ਦੀ ਰਹਿਮਤ ਬਖਸ਼ਿਸ਼ ਕਿਰਪਾ ਨਾਲ ਗੁਰੂ ਦੀਆਂ ਗੱਲਾਂ ਕਰਨ ਦਾ, ਸੁਣਨ ਦਾ, ਵਿਚਾਰਨ ਦਾ ਸਮਾਂ ਮਿਲਦਾ ਹੈ। ਉਹੀ ਸਮਾਂ ਪ੍ਰਵਾਨ ਹੁੰਦਾ ਹੈ ਜੋ ਸਮਾਂ ਵਾਹਿਗੁਰੂ ਦੀ ਕੀਰਤ ਵਿੱਚ ਲਾ ਦਿੱਤਾ ਜਾਏ। ਜੀਵਨ ਦਾ ਬਹੁਤਾਤ ਸਮਾਂ ਦੁਨੀਆ ਦੇ ਧੰਦੇ, ਦੁਨੀਆ ਦੇ ਜੋ ਕੱਲ ਆਪਾਂ ਵਿਚਾਰ ਕੀਤੀ ਸੀ, ਜੋ ਧਰਮ ਨੂੰ ਛੱਡ ਧਨ ਦੇ ਦੁਆਲੇ ਅਸੀਂ ਹੋ ਜਾਂਦੇ ਹਾਂ, ਉਹਦੇ ਤੋਂ ਨਿਕਲ ਜਾਂਦਾ। ਗੁਰੂ ਦੀ ਕਿਰਪਾ ਹੋਵੇ ਫਿਰ ਰੁਚੀ ਇੱਧਰ ਨੂੰ ਬਦਲਦੀ। ਗੁਰੂ ਦੀ ਬਖਸ਼ਿਸ਼ ਨਾਲ ਜਪ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ। ਜਪ ਬਾਣੀ ਦੀਆਂ 18 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਅੱਜ 19ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਇਹ ਜਪ ਬਾਣੀ ਦੀ ਵਿਚਾਰ ਦੀ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਆਪ ਜੀ ਦੇ ਨਾਲ ਸਾਂਝੀ ਕਰਦੇ ਹਨ। ਤੇ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ 19ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ, ਮੋਹਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪਿਛਲੇ ਕੁਝ ਸਮੇਂ ਤੋਂ ਆਪਾਂ ਸਾਰੇ ਰਲ ਮਿਲ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋ ਬਾਣੀ ਹੈ, ਪਹਿਲੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਹਨੂੰ ਅਸੀਂ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ, ਅਸੀਂ ਸਾਰੇ ਰਲ ਮਿਲ ਕੇ ਉਸ ਦੀ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਹੁਣ ਤੱਕ ਆਪਾਂ 18 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 19ਵੀਂ ਪੌੜੀ ਦੀ ਵਿਚਾਰ ਆਪਾਂ ਸ਼ੁਰੂ ਕਰਨੀ ਹੈ ਜੀ। ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਇੱਕ ਵਾਰ ਪਾਠ ਕਰ ਲਈਏ। ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ। ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਵ ਪਾਏ। ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਾਹੀ ਕੋ ਥਾਉ। ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਜਿਵੇਂ ਕਿ ਆਪਾਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਇਹ 4 ਪੌੜੀਆਂ ਦਾ ਜੋ ਸਮੂਹ ਹੈ, ਜਿਹਦੀਆਂ ਅੰਤਲੀਆਂ ਪੰਕਤੀਆਂ ਇੱਕੋ ਹੀ ਹਨ, 4 ਪੌੜੀਆਂ ਦੀਆਂ, ਇਹ ਸਾਨੂੰ ਸਤਿਗੁਰੂ ਜੀ ਅੱਗੇ ਜੋ ਸਾਨੂੰ ਪਾਠ ਪੜ੍ਹਾਉਣਾ ਚਾਹੁੰਦੇ ਹਨ, ਜੋ ਉਪਦੇਸ਼ ਦੇਣਾ ਚਾਹੁੰਦੇ ਹਨ, ਇਸ ਸਟੇਜ ਤੇ ਆ ਕੇ
ਕਿਉਂਕਿ ਹੁਣ ਤੱਕ ਸਤਿਗੁਰੂ ਸਾਨੂੰ ਪਹਿਲਾਂ ਸਭ ਤੋਂ ਜਿਹੜੀ ਬੇਸਿਕ ਪ੍ਰੋਬਲਮ ਨਾਲ ਉਹਨਾਂ ਨੇ ਪਹਿਲੀ ਪੌੜੀ ਦੇ ਵਿੱਚ ਇੰਟਰੋਡਿਊਸ ਕੀਤਾ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਤਾਂ ਰਸਤਾ ਸਤਿਗੁਰੂ ਜੀ ਨੇ ਦੱਸਿਆ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ। ਕਿਵੇਂ ਸਚਿਆਰੇ ਬਣੀਏ, ਭਾਵ ਕਿਵੇਂ ਸਾਡੇ ਹਿਰਦੇ ਵਿੱਚ ਉਹ ਪਰਮ ਸੱਤ ਦਾ ਜੋ ਸਦਾ ਥਿਰ ਹੈ ਉਹਦਾ ਨਿਵਾਸ ਹੋ ਜਾਵੇ, ਸਾਡਾ ਹਿਰਦਾ ਉਹਦਾ ਘਰ ਬਣ ਜਾਵੇ, ਉਹਦੇ ਨਿਵਾਸ ਕਰਨ ਦੀ ਜਗ੍ਹਾ ਬਣ ਜਾਵੇ। ਤਾਂ ਸਤਿਗੁਰਾਂ ਨੇ ਕਿਹਾ ਕਿ ਉਸ ਦੇ ਹੁਕਮ ਨਾਲ ਜੁੜਨ ਦੀ ਲੋੜ ਹੈ। ਇਹੀ ਇੱਕ ਰਸਤਾ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤਾਂ ਹੁਕਮ ਦੀ ਵਿਆਖਿਆ ਕਰਕੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਉਸ ਦੇ ਹੁਕਮ ਦੇ ਵਿੱਚ ਚੱਲਣ ਦੇ ਲਈ ਸਾਨੂੰ ਉਸ ਦੇ ਹੁਕਮ ਨਾਲ, ਉਸ ਅਕਾਲ ਪੁਰਖ ਨਾਲ ਜੁੜਨ ਵਾਸਤੇ ਮਿਹਨਤ ਕਰਨੀ ਪਏਗੀ, ਉਹਦੇ ਨਾਮ ਨਾਲ ਜੁੜਨਾ ਪਏਗਾ। ਤੇ ਫਿਰ ਸਤਿਗੁਰੂ ਜੀ ਅੱਗੇ ਸਾਨੂੰ ਬਾਕੀ ਫੰਡਾਮੈਂਟਲਸ ਕਲੀਅਰ ਕਰਦੇ ਕਰਦੇ ਫਿਰ ਸੁਣਿਆ ਤੇ ਮੰਨਿਆ ਦੀਆਂ ਪੌੜੀਆਂ ਦੇ ਜੋ ਰਾਹੀਂ ਸਾਨੂੰ ਨਾਮ ਜਪਣ ਦੀਆਂ ਜੋ ਬਰਕਤਾਂ ਨੇ, ਨਾਮ ਸਿਮਰਨ ਨਾਲ ਅਕਾਲ ਪੁਰਖ ਨਾਲ ਜੁੜਨ ਦੀਆਂ ਬਰਕਤਾਂ ਸਮਝਾਉਂਦੇ ਹੋਏ ਤਾਂ ਸਤਿਗੁਰੂ ਅਗਲੀਆਂ ਜਿਹੜੀਆਂ 4 ਪੌੜੀਆਂ ਜਿਨ੍ਹਾਂ ਦੇ ਉੱਤੇ ਆਪਾਂ ਵਿਚਾਰ ਆਖਰੀ ਪੌੜੀ ਦੀ ਕਰ ਰਹੇ ਹਾਂ, ਤਾਂ ਉੱਥੇ ਪਹੁੰਚ ਕੇ ਸਤਿਗੁਰਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਪਹਿਲਾਂ ਉਹਨਾਂ ਨੇ ਭਲੇ ਪੁਰਸ਼ਾਂ ਦੀ ਗੱਲ ਕੀਤੀ। ਸਭ ਤੋਂ ਪਹਿਲਾਂ ਪੰਜ ਅਵਸਥਾ ਦੀ ਗੱਲ ਕੀਤੀ, ਜਿਹੜੀ ਉਹ ਨਾਮ ਸਿਮਰਨ ਦੇ ਨਾਲ ਜੁੜਨ ਕਰਕੇ ਉਹਦੇ ਪ੍ਰੇਮ ਦੇ ਵਿੱਚ ਰੰਗੇ ਜਾਣ ਨਾਲ ਜੋ ਅਵਸਥਾ ਬਣਦੀ ਹੈ। ਤੇ ਉਹਦੇ ਵਿੱਚ ਸਤਿਗੁਰਾਂ ਨੇ ਕਿਹਾ ਕਿ ਜਿਹੜਾ ਉਸ ਅਵਸਥਾ ਤੱਕ ਪਹੁੰਚਦਾ ਹੈ ਨਾਮ ਸਿਮਰਨ ਦੇ ਰਾਹੀਂ, ਉਹਦੇ ਵਾਸਤੇ 2 ਗੱਲਾਂ ਜਿਹੜੀਆਂ ਨੇ ਉਹ ਬੜੀਆਂ ਉਹਨਾਂ ਨੇ ਇੰਪੋਰਟੈਂਟ ਕਹੀਆਂ ਕਿ ਜਿਹੜੇ ਅਜਿਹੇ ਪੰਜ ਜਿਨ੍ਹਾਂ ਨੂੰ ਨਾਮ ਦਿੱਤਾ ਸਤਿਗੁਰਾਂ ਨੇ ਨਾਮ ਸਿਮਰਨ ਨਾਲ ਜੁੜੇ ਹੋਏ ਵਿਅਕਤੀਆਂ ਨੂੰ, ਉਹਨਾਂ ਦਾ ਧਿਆਨ ਕੇਵਲ ਗੁਰ ਸ਼ਬਦ ਵੱਲ, ਭਾਵ ਅਕਾਲ ਪੁਰਖ ਵੱਲ ਜੁੜਿਆ ਹੀ ਰਹਿੰਦਾ। ਪੰਚਾਂ ਕਾ ਗੁਰ ਏਕ ਧਿਆਨ। ਤੇ ਦੂਜੀ ਗੱਲ ਉਹਨਾਂ ਨੇ ਸਾਨੂੰ ਇਹ ਕਹੀ ਕਿ ਇਸ ਗੱਲ ਨੂੰ ਬੁੱਝਣ ਦੀ ਲੋੜ ਹੈ ਕਿ ਇੱਥੇ ਸਤਿਗੁਰੂ ਕਹਿੰਦੇ ਹਨ ਕਿ ਇਸ ਪੂਰੀ ਸ੍ਰਿਸ਼ਟੀ ਦੇ ਵਿੱਚ ਅਕਾਲ ਪੁਰਖ ਦਾ ਹੁਕਮ ਵਰਤ ਰਿਹਾ ਹੈ। ਤੋ ਜੇ ਕੋ ਬੁਝੈ ਹੋਵੇ ਸਚਿਆਰ, ਇਸ ਗੱਲ ਨੂੰ ਬੁੱਝਣ ਵਾਲਾ ਹੀ ਸਚਿਆਰ ਦੀ ਅਵਸਥਾ ਤੱਕ ਪਹੁੰਚ ਸਕਦਾ ਹੈ, ਜਿਹੜਾ ਕਿ ਸਾਨੂੰ ਸਤਿਗੁਰਾਂ ਨੇ ਓਰੀਜਨਲੀ ਸਾਡੇ ਸਾਹਮਣੇ ਇਹ ਆਦਰਸ਼ ਰੱਖਿਆ ਸੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਉਦਾਹਰਨ ਦਿੱਤੀ ਕਿ ਸ੍ਰਿਸ਼ਟੀ ਨੂੰ ਸਮਝਣ ਵਾਸਤੇ ਜਦੋਂ ਅਸੀਂ ਆਪਣੀਆਂ ਸੋਚਾਂ ਦੌੜਾਉਂਦੇ ਹਾਂ ਤੇ ਸਮਝਦੇ ਹਾਂ ਕਿ ਅਸੀਂ ਅੰਤ ਪਾ ਲਿਆ ਹੈ, ਤਾਂ ਉਹ ਗੱਲਾਂ ਵਿਅਰਥ ਹਨ। ਉਹ ਧੌਲੇ ਬਲਦ ਦੀ ਉਹਨਾਂ ਨੇ ਗੱਲ ਕੀਤੀ ਸੀ। ਤੋ ਸਤਿਗੁਰਾਂ ਨੇ ਕਿਹਾ ਕਿ ਨਹੀਂ, ਸਾਡਾ ਤਾਂ ਜੋ ਮਤਲਬ ਆਦਰਸ਼ ਹੈ ਉਹ ਇਹਨਾਂ ਚੀਜ਼ਾਂ ਦੇ ਵਿੱਚ ਪੈਣ ਦਾ ਨਹੀਂ, ਕਿਉਂਕਿ ਇਹਨਾਂ ਵਿੱਚ ਪੈ ਕੇ ਅਸੀਂ ਰਾਹ ਤੋਂ ਉਖੜ ਜਾਵਾਂਗੇ, ਔਜੜੇ ਪੈ ਜਾਵਾਂਗੇ। ਤਾਂ ਸਾਡਾ ਆਦਰਸ਼ ਇਹੀ ਹੈ ਕਿ ਇਹ ਸਾਰੀ ਰਚਨਾ ਨੂੰ ਦੇਖ ਕੇ ਸਾਡਾ ਮਨ ਵਿਸਮਾਦ ਅਵਸਥਾ ਵਿੱਚ ਆਵੇ, ਹਰ ਚੀਜ਼ ਦੇ ਵਿੱਚੋਂ ਅਕਾਲ ਪੁਰਖ ਨੂੰ ਦੇਖੇ ਤੇ ਉਹਦੇ ਨਾਲ ਜੁੜ ਜਾਵੇ। ਕਿਉਂਕਿ ਵਿਸਮਾਦ ਜੋ ਹੈ ਉਹ ਪ੍ਰੇਮ ਦੀ ਇੰਤਹਾ ਹੈ। ਸਤਿਗੁਰਾਂ ਨੇ ਕਿਹਾ ਇਸ ਪੌੜੀ ਦੇ ਅੰਤ ਉੱਤੇ ਵੀ ਉਹ ਕਹਿ ਰਹੇ ਹਨ ਕਿ ਵਾਰਿਆ ਨਾ ਜਾਵਾਂ ਏਕ ਵਾਰ, ਭਾਵ ਮੈਂ ਤਾਂ ਇੱਕ ਵਾਰੀ ਵੀ ਬਲਿਹਾਰ ਜਾਣ ਜੋਗਾ ਨਹੀਂ। ਸਤਿਗੁਰੂ ਸਾਨੂੰ ਬਲਿਹਾਰ ਜਾਣ ਦੀ ਪ੍ਰੇਰਨਾ ਦੇ ਰਹੇ ਹਨ ਤੇ ਬਲਿਹਾਰ ਜਾਣ ਦੀ ਅਵਸਥਾ ਤੇ ਪ੍ਰੇਮ ਦੀ ਸਭ ਤੋਂ ਉੱਚੀ ਇੰਤਹਾ ਦੀ ਅਵਸਥਾ ਹੁੰਦੀ ਹੈ। ਤਾਂ ਫਿਰ ਉਸ ਤੋਂ ਬਾਅਦ ਸਤਿਗੁਰਾਂ ਨੇ ਅਸੰਖ ਵਾਲੀਆਂ ਜੋ ਪਹਿਲੀਆਂ 2 ਪੌੜੀਆਂ ਕੀਤੀਆਂ ਨੇ, ਉਹਦੇ ਵਿੱਚ ਪਹਿਲਾਂ ਸਤਿਗੁਰਾਂ ਨੇ ਭਲੇ ਪੁਰਸ਼ਾਂ ਦਾ ਜ਼ਿਕਰ ਕਰਕੇ ਤੇ ਸਾਨੂੰ ਇਹ ਸਮਝਾਇਆ ਕਿ ਇਤਨੇ ਅਸੰਖਾਂ ਅਕਾਲ ਪੁਰਖ ਨੇ ਭਲੇ ਗੁਣਾਂ ਵਾਲੇ ਪੁਰਸ਼ ਬਣਾਏ ਹਨ। ਉਹਨਾਂ ਨੂੰ ਦੇਖ ਕੇ ਉਹਨਾਂ ਨਾਲ ਜੁੜ ਕੇ ਤੇ ਸਤਿਗੁਰੂ ਕਹਿੰਦੇ ਹਨ ਕਿ ਵਿਸਮਾਦ ਅਵਸਥਾ ਵਿੱਚ ਜਾਣ ਦੀ ਲੋੜ ਹੈ, ਉਹਦੇ ਤੇ ਬਲਿਹਾਰ ਜਾਣ ਦੀ ਲੋੜ ਹੈ। ਕਿਉਂਕਿ ਜੋ ਉਸਨੇ ਬਣਾਇਆ ਹੈ ਉਹਨੂੰ ਤਾਂ ਅਸੀਂ ਡਿਸਕ੍ਰਾਈਬ ਨਹੀਂ ਕਰ ਸਕਦੇ, ਅਸੀਂ ਉਹਦੇ ਵਿਚਾਰ ਨਹੀਂ ਕਰ ਸਕਦੇ, ਪਰ ਅਸੀਂ ਉਹਦੇ ਤੋਂ ਵਾਰੇ ਜਾ ਸਕਦੇ ਹਾਂ, ਬਲਿਹਾਰ ਜਾ ਸਕਦੇ ਹਾਂ, ਕਿਉਂਕਿ ਜੋ ਉਹਨੇ ਬਣਾਇਆ ਹੈ ਉਹੀ ਚੰਗਾ ਹੈ, ਉਹੀ ਭਲਾ ਹੈ। ਫਿਰ ਉਸ ਤੋਂ ਬਾਅਦ ਸਤਿਗੁਰੂ ਜੀ ਸਾਡੇ ਸਾਹਮਣੇ ਉਹਨਾਂ ਦੀਆਂ ਐਗਜ਼ਾਮਪਲਸ ਰੱਖਦੇ ਹਨ ਜਿਨ੍ਹਾਂ ਨੂੰ ਅਸੀਂ ਨੀਚ ਪੁਰਸ਼ ਕਹਿ ਸਕਦੇ ਹਾਂ। ਉਹਨਾਂ ਨੂੰ ਦੇਖ ਕੇ ਵੀ ਸਤਿਗੁਰਾਂ ਨੇ ਕਿਹਾ ਕਿ ਸਾਡੇ ਅੰਦਰ ਵਿਚਾਰ ਉਹੀ ਪੈਦਾ ਹੋਣੇ ਚਾਹੀਦੇ ਹਨ, ਕਿਉਂਕਿ ਸਾਰਾ ਕੁਝ ਤੇ ਅਕਾਲ ਪੁਰਖ ਨੇ ਬਣਾਇਆ, ਚਾਹੇ ਉਹ ਸਾਨੂੰ ਭਲਾ ਲੱਗੇ ਤੇ ਚਾਹੇ ਉਹ ਸਾਨੂੰ ਮਾੜਾ ਲੱਗੇ। ਤੋ ਸਤਿਗੁਰੂ ਨੇ ਇਹ ਸਮਝਾਇਆ ਕਿ ਇਹ ਸਾਰਾ ਕੁਝ ਚਾਹੇ
ਹੁਕਮ ਭਲੇ ਹਨ ਜਾਂ ਬੁਰੇ ਹਨ, ਉਹਦੇ ਹੁਕਮ ਦਾ ਹੀ ਸਰੂਪ ਹਨ। ਇਹ ਉਹਦੀ ਕੁਦਰਤ ਹੀ ਹੈ। ਇਹ ਸਾਰਾ ਕੁਝ ਤੈਨੂੰ ਭਾਉਂਦਾ ਹੈ, ਤਾਂ ਹੀ ਇਹ ਸਾਰਾ ਕੁਝ ਹੋਂਦ ਵਿੱਚ ਆਇਆ ਹੈ। ਕਿਉਂਕਿ ਸਤਿਗੁਰਾਂ ਨੇ ਗੱਲ ਕੀਤੀ ਹੈ ਨਾ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ। ਤੈਨੂੰ ਭਾਉਂਦਾ ਹੈ ਤੇ ਇਹ ਸਭ ਕੁਝ ਹੋਂਦ ਵਿੱਚ ਆਇਆ ਹੈ। ਜੇ ਤੈਨੂੰ ਭਾਉਂਦਾ ਨਹੀਂ ਹੁੰਦਾ, ਤੈਨੂੰ ਚੰਗਾ ਨਹੀਂ ਲੱਗਦਾ ਹੁੰਦਾ, ਤਾਂ ਤੇਰੇ ਹੋਂਦ ਵਿੱਚ ਕਿਵੇਂ ਆਉਂਦਾ? ਤੇ ਇਹੀ ਤੇਰੀ ਜੋ ਹੈ ਨਾ ਭਾਉਂਦੀ ਹੈ, ਇਹ ਰਚਨਾ ਜਿਹੜੀ ਹੈ, ਇਹੀ ਸਾਡੇ ਵਾਸਤੇ ਭਲੀ ਹੈ। ਚਾਹੇ ਸਾਨੂੰ ਉਪਰੀ ਨਜ਼ਰੇ ਦੇਖਿਆ ਇਹ ਚੰਗੀ ਲੱਗੇ, ਮਾੜੀ ਲੱਗੇ, ਇਹ ਸਭ ਕੁਝ ਭਲਾ ਹੀ ਹੈ, ਕਿਉਂਕਿ ਤੈਨੂੰ ਭਲਾ ਲੱਗ ਰਿਹਾ, ਤਾਂ ਹੀ ਤਾਂ ਤੂੰ ਬਣਾਇਆ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਭਲੀ ਕਾਰ ਸਮਝ ਕੇ ਇਸ ਕੁਦਰਤ ਨੂੰ, ਉਹਦੀ ਰਚਨਾ ਨੂੰ, ਉਹਦੇ ਹੁਕਮ ਨੂੰ, ਤੇ ਸਾਨੂੰ ਸਤਿਗੁਰੂ ਜੀ ਬਲਿਹਾਰ ਜਾਣ ਦਾ ਵੱਲ ਸਿਖਾ ਰਹੇ ਹਨ। ਹੁਣ ਸਤਿਗੁਰੂ ਜੀ ਨੇ ਹੁਕਮ ਦੇ ਵਿੱਚ ਸਾਨੂੰ ਜਿਹੜੀਆਂ ਪਹਿਲੇ 2 ਪੌੜੀਆਂ ਦੇ ਵਿੱਚ ਸਾਨੂੰ ਸਮਝਾਇਆ ਸੀ, ਭਲੇ ਤੇ ਬੁਰੇ, ਭਲੇ ਪੁਰਸ਼ਾਂ ਤੇ ਬੁਰੇ ਪੁਰਸ਼ਾਂ ਦੀ ਗੱਲ ਕਰਕੇ, ਹੁਣ ਸਤਿਗੁਰੂ ਜੀ ਸਾਡਾ ਵਿਜ਼ਨ ਜਿਹੜਾ ਹੈ, ਨਜ਼ਰੀਆ ਹੈ, ਉਹਨੂੰ ਹੋਰ ਅੱਗੇ ਵਾਈਡ ਕਰ ਰਹੇ ਹਨ। ਔਰ ਫਿਰ ਸਾਨੂੰ ਇਹ ਵੀ ਸਮਝਾ ਰਹੇ ਹਨ ਕਿ ਅਸੀਂ ਭਾਵੇਂ ਇਹ ਸਾਰਾ ਕੁਝ ਦੱਸ ਕੇ ਵੀ ਇਹ ਸਮਝ ਲਈਏ ਕਿ ਅਸੀਂ ਸਾਰਾ ਕੁਝ ਦੱਸ ਲਿਆ, ਪਰ ਇਹ ਕੰਪਲੀਟ ਨਹੀਂ ਹੈ। ਔਰ ਅਸੀਂ, ਸਾਡੇ ਵਿੱਚ ਅਸਮਰੱਥਾ ਹੈ, ਸਾਡੀਆਂ ਇਨਐਡਿਕੁਏਸੀਜ਼ ਜਾਂ ਅਸਮਰੱਥਾਵਾਂ ਜਿਹੜੀਆਂ ਨੇ, ਉਹਨਾਂ ਨੂੰ ਯਾਦ ਕਰਾਇਆ ਸਤਿਗੁਰਾਂ ਨੇ ਕਿ ਵੀ ਅਸੀਂ ਕਿਉਂ ਉਸ ਅਕਾਲ ਪੁਰਖ ਦੀ ਰਚਨਾ ਦਾ ਵੀ ਜੋ ਹੈ ਉਹ ਪੂਰਾ ਬਿਆਨ ਨਹੀਂ ਕਰ ਸਕਦੇ। ਤੋ ਆਓ ਸਮਝੀਏ ਸਤਿਗੁਰੂ ਸਾਨੂੰ ਕਿਸ ਤਰ੍ਹਾਂ ਇਹ ਗੱਲਾਂ ਸਮਝਾ ਰਹੇ ਹਨ। ਸਤਿਗੁਰੂ ਕਹਿੰਦੇ ਹਨ, ਅਸੰਖ ਨਾਮ ਅਸੰਖ ਥਾਂ। ਨਾਮ ਦਾ ਅਰਥ ਜੋ ਹੈ ਕੁਦਰਤ ਦੇ ਅਨੇਕਾਂ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ ਨਾਮ ਹਨ। ਜੋ ਅਕਾਲ ਪੁਰਖ ਨੇ ਇਹ ਕੁਦਰਤ ਬਣਾਈ ਹੈ, ਜੋ ਰਚਨਾ ਬਣਾਈ ਹੈ, ਜੋ ਕਰਤੇ ਨੇ ਇਹ ਸੰਸਾਰ ਨੂੰ ਕੀਤਾ ਹੈ, ਉਸ ਦੇ ਵਿੱਚ ਅਨੇਕਾਂ ਜੀਵਾਂ ਤੇ ਬੇਅੰਤ ਥਾਵਾਂ, ਅਸੰਖ ਥਾਂ। ਥਾਂ ਭਾਵ ਉਹ ਥਾਵਾਂ ਹਨ ਜਿੱਥੇ ਉਹਨਾਂ ਦੇ ਟਿਕਾਣੇ ਹਨ। ਅਨੇਕਾਂ ਜੀਵ ਹਨ, ਅਨੇਕਾਂ ਪਦਾਰਥ ਹਨ, ਤੇ ਅਨੇਕਾਂ ਹੀ ਉਹਨਾਂ ਦੇ ਥਾਂ ਟਿਕਾਣੇ ਹਨ, ਭਾਵ ਉਹਨਾਂ ਦੇ ਰਹਿਣ ਦੀਆਂ, ਉਹਨਾਂ ਦੇ ਰੱਖਣ ਦੀਆਂ ਥਾਵਾਂ ਹਨ। ਤਾਂ ਉਹਨਾਂ ਦੀ ਗਿਣਤੀ ਵੀ ਜੋ ਹੈ ਉਹ ਅਣਗਿਣਤ ਹੀ ਹੈ, ਉਹਨੂੰ ਅਸੀਂ ਬੇਅੰਤ ਹੀ ਕਹਿ ਸਕਦੇ ਹਾਂ। ਜਿੰਨੇ ਨਾਮ ਨੇ ਉਨੇ ਜੀਵ ਨੇ, ਜਿੰਨੀਆਂ ਥਾਵਾਂ ਨੇ ਉਹ ਹਰ ਜੀਵ ਦੇ ਵਾਸਤੇ ਸਾਰੀਆਂ ਥਾਵਾਂ ਬਣੀਆਂ ਨੇ। ਤੋ ਇਉਂ ਸਤਿਗੁਰੂ ਕਹਿੰਦੇ ਹਨ ਕਿ ਇਹ ਜੋ ਪੂਰੀ ਰਚਨਾ ਹੈ, ਹਰ ਤਰ੍ਹਾਂ ਦੇ ਜੀਵਾਂ ਦੀ ਔਰ ਹਰ ਤਰ੍ਹਾਂ ਦੇ ਸਥਾਨਾਂ ਦੀ, ਭਾਵ ਹੁਣ ਸਤਿਗੁਰੂ ਸਾਨੂੰ ਜਿਹੜੀਆਂ ਥਾਵਾਂ ਵਾਲੀ ਗੱਲ ਹੈ, ਸਥਾਨ ਨੇ, ਰਹਿਣ ਦੀਆਂ ਥਾਵਾਂ ਨੇ, ਜਾਂ ਇਉਂ ਕਹਿ ਲਈਏ ਕਿ ਇਹ ਜੋ ਜਗਤ ਹਨ, ਸ੍ਰਿਸ਼ਟੀ ਹੈ, ਸ੍ਰਿਸ਼ਟੀ ਦੇ ਹਿੱਸੇ ਹਨ, ਇਹ ਸੰਸਾਰ ਦੇ ਹਿੱਸੇ ਹਨ, ਉਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰ ਰਹੇ ਹਨ ਕਿ ਅਕਾਲ ਪੁਰਖ ਨੇ ਅਣਗਿਣਤ ਜੀਵ ਬਣਾਏ ਹਨ, ਉਹਨਾਂ ਦੇ ਅਣਗਿਣਤ ਨਾਮ ਹਨ, ਔਰ ਅਣਗਿਣਤ ਹੀ ਉਹਨਾਂ ਦੇ ਵਾਸਤੇ ਉਸ ਅਕਾਲ ਪੁਰਖ ਨੇ ਟਿਕਾਣੇ ਬਣਾਏ ਹਨ। ਅਗੰਮ ਅਗੰਮ ਅਸੰਖ ਲੋ। ਲੋ ਦੇ ਜਿਵੇਂ ਅਰਥ ਆਪਾਂ ਪਹਿਲਾਂ ਵੀ ਕੀਤੇ ਹਨ। ਲੋ ਦਾ ਭਾਵ ਹੈ ਲੋਕ। ਜਿਵੇਂ 14 ਲੋਕ ਕਹੇ ਜਾਂਦੇ ਹਨ ਇੱਕ ਵਿਚਾਰ ਦੇ ਮੁਤਾਬਕ, ਇਹ 14 ਭਵਨ ਕਹਿ ਦਿੱਤੇ ਜਾਂਦੇ ਹਨ। ਇਹਨਾਂ ਦੋਵਾਂ ਦੀ ਗੱਲ ਅਰਥ ਇੱਕੋ ਹੀ ਹੈ, ਲੋ ਤੇ ਭਵਨ ਦੀ, ਜਾਂ ਲੋਕਾਂ ਦੀ ਤੇ ਭਵਨ ਦੀ, ਕਿ ਇਹ ਉਹ ਥਾਵਾਂ ਹਨ ਜਿਹੜੀਆਂ ਜੀਆਂ ਦੇ ਰਹਿਣ ਵਾਸਤੇ ਅਕਾਲ ਪੁਰਖ ਨੇ ਬਣਾਈਆਂ। ਤੇ ਸਤਿਗੁਰੂ ਕਹਿੰਦੇ ਹਨ ਕਿ ਅਸੰਖ ਹਨ ਅਜਿਹੇ ਲੋਕ, ਅਜਿਹੇ ਭਵਨ ਅਸੰਖਾਂ ਹਨ। ਉਹ ਸਿਰਫ ਅਸੰਖ ਹੀ ਨਹੀਂ ਹਨ, ਉਹ ਅਗੰਮ ਅਗੰਮ ਵੀ ਹਨ। 2 ਵਾਰ ਸਤਿਗੁਰਾਂ ਨੇ ਅਗੰਮ ਦਾ ਲਫ਼ਜ਼ ਵਰਤਿਆ ਹੈ। ਅਗੰਮ ਦਾ ਅਰਥ ਹੈ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ। ਹੁਣ ਅਨੇਕਾਂ ਸ੍ਰਿਸ਼ਟੀਆਂ, ਅਨੇਕਾਂ ਧਰਤੀਆਂ, ਅਨੇਕਾਂ ਸਿਤਾਰੇ, ਅਨੇਕਾਂ ਆਕਾਸ਼ ਗੰਗਾ, ਪਤਾ ਨਹੀਂ ਕੀ ਕੁਝ ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਨੇ ਸਿਰਜ ਦਿੱਤਾ ਹੈ। ਇਹ ਤਾਂ ਹੁਣ ਸਾਇੰਸ ਵੀ ਸਾਡੇ ਸਾਹਮਣੇ ਰੱਖਦੀ ਹੈ ਨਾ, ਕਿ ਨਾ ਸਾਨੂੰ ਆਕਾਸ਼ ਗੰਗਾ ਗੈਲੈਕਸੀਜ਼ ਦੀ ਗਿਣਤੀ ਦਾ ਪਤਾ ਹੈ, ਨਾ ਧਰਤੀਆਂ ਦੀ, ਨਾ ਸੂਰਜਾਂ ਦੀ, ਨਾ ਤਾਰਿਆਂ ਦੀ, ਔਰ ਹੈ ਵੀ ਇੰਨੇ ਦੂਰ ਹਨ ਕਿ ਉੱਥੋਂ ਦੀ ਰੋਸ਼ਨੀ ਵੀ ਸਾਡੇ ਤੱਕ ਪਹੁੰਚਦੇ ਆ ਕਈ ਕਈ ਵਰੇ, ਕਈ ਕਈ 100 ਵਰੇ, ਜਾਂ ਕਈ ਕਈ ਮਿਲੀਅਨ ਵਰੇ ਵੀ ਲੱਗ ਜਾਂਦੇ ਹਨ। ਤੇ ਜਦੋਂ ਸਾਇੰਟਿਸਟ ਦੇਖਦੇ ਹਨ ਕਿ ਕਿਸੇ ਘਟਨਾ ਨੂੰ ਆਪਣੀਆਂ
ਜੋ ਟੈਕਨੀਕਸ ਨੇ ਉਹਨਾਂ ਦੇ ਨਾਲ, ਤੇ ਉਹ ਕਹਿੰਦੇ ਹਨ ਕਿ ਜੀ ਹੁਣ ਅਸੀਂ ਉਹ ਚੀਜ਼ ਦੇਖੀ ਜਿਹੜੀ ਅੱਜ ਤੋਂ ਇੰਨੇ 100 ਜਾਂ ਇੰਨੇ 1000 ਸਾਲ ਪਹਿਲਾਂ ਵਾਪਰੀ ਸੀ, ਜਾਂ ਇੰਨੇ ਮਿਲੀਅਨ ਸਾਲ ਪਹਿਲੇ ਵਾਪਰੀ ਸੀ। ਤਾਂ ਸਪਸ਼ਟ ਹੈ ਕਿ ਜਿਹੜੇ ਇੰਨੇ ਜਗਤ ਬਣਾਏ ਨੇ ਅਕਾਲ ਪੁਰਖ ਨੇ, ਉਹ ਸਾਡੀ ਪਹੁੰਚ ਤੋਂ ਤਾਂ ਬਾਹਰ ਹੀ ਨੇ। ਅਸੀਂ ਕਦੀ ਉੱਥੇ ਪਹੁੰਚ ਸਕਦੇ ਹੀ ਨਹੀਂ। ਜਿਹੜੇ ਜਗਤ, ਜਿਹੜੀਆਂ ਸ੍ਰਿਸ਼ਟੀਆਂ, ਧਰਤੀਆਂ ਸਾਡੇ ਤੋਂ ਸੈਂਕੜੇ ਜਾਂ ਹਜ਼ਾਰਾਂ ਵਰੇ ਦੂਰ ਨੇ, ਉੱਥੇ ਕੋਈ ਮਨੁੱਖ ਦਾ ਤੇ ਪਹੁੰਚਣਾ ਮੁਮਕਿਨ ਹੀ ਨਹੀਂ, ਕਿਉਂਕਿ ਸਾਡਾ ਤਾਂ ਇੰਨਾ ਜੀਵਨ ਹੀ ਨਹੀਂ ਹੈ। ਤਾਂ ਸਤਿਗੁਰੂ ਵੀ ਇਹੀ ਗੱਲ ਕਹਿ ਰਹੇ ਹਨ ਕਿ ਅਨੇਕਾਂ ਹੀ ਲੋਕ ਹਨ, ਅਨੇਕਾਂ ਹੀ ਭਵਨ ਹਨ, ਅਨੇਕਾਂ ਹੀ ਸ੍ਰਿਸ਼ਟੀਆਂ ਹਨ, ਜਾਂ ਸ੍ਰਿਸ਼ਟੀ ਦੇ ਤਰ੍ਹਾਂ ਤਰ੍ਹਾਂ ਦੇ ਹਿੱਸੇ ਹਨ, ਜਿਨ੍ਹਾਂ ਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਸਾਡੀ ਉੱਥੇ ਤੱਕ ਪਹੁੰਚ ਹੀ ਨਹੀਂ ਹੋ ਸਕਦੀ। ਮਨੁੱਖ ਨਹੀਂ ਪਹੁੰਚ ਸਕਦਾ, ਮਨੁੱਖ ਉਹਨੂੰ ਸਮਝ ਨਹੀਂ ਸਕਦਾ, ਉੱਥੇ ਜਾ ਨਹੀਂ ਸਕਦਾ। ਅਸੰਖ ਕਹੈ ਸਿਰ ਭਾਰ ਹੋਏ। ਪਹਿਲਾਂ ਤੇ ਸਤਿਗੁਰਾਂ ਨੇ ਸਾਨੂੰ ਕਿਹਾ ਕਿ ਸਿਰਫ ਭਲੇ ਪੁਰਸ਼ਾਂ ਤੇ ਬੁਰੇ ਪੁਰਸ਼ਾਂ ਤੱਕ ਹੀ ਉਸ ਅਕਾਲ ਪੁਰਖ ਦੇ ਬਣਾਏ ਹੋਏ ਜਗਤ ਦੀ ਵਡਿਆਈ ਸਾਨੂੰ ਨਹੀਂ, ਬਲਕਿ ਇਹ ਸ੍ਰਿਸ਼ਟੀਆਂ ਹੀ ਏਡੀਆਂ ਹਨ। ਪਰ ਇੱਥੇ ਸਤਿਗੁਰਾਂ ਨੇ ਸਾਰੀਆਂ ਅਸੰਖ ਵੀ, ਸਾਰਿਆਂ ਦੇ ਨਾਲ ਅਸੰਖ ਦਾ ਜੋ ਸ਼ਬਦ ਹੈ ਸਤਿਗੁਰਾਂ ਨੇ ਵਰਤਿਆ। ਤੇ ਹੁਣ ਸਤਿਗੁਰੂ ਜੀ ਕੀ ਕਹਿ ਰਹੇ ਹਨ? ਅਸੰਖ ਕਹੈ, ਭਾਵ ਜੇ ਅਸੰਖ ਕਹਿੰਦੇ ਹਾਂ, ਜਾਂ ਜਿਹੜੇ ਵਿਅਕਤੀ ਅਸੰਖ ਲਫ਼ਜ਼ ਵਰਤ ਕੇ ਉਹਨਾਂ ਨੂੰ ਡਿਸਕ੍ਰਾਈਬ ਕਰਦੇ ਹਨ, ਸਿਰ, ਉਹਨਾਂ ਦੇ ਸਿਰ ਉੱਤੇ ਭਾਰ ਹੋਏ, ਭਾਰ ਹੁੰਦਾ ਹੈ। ਤਾਂ ਇਹਦਾ ਅਰਥ ਕੀ ਹੋਇਆ ਕਿ ਜਿਹੜੇ ਮਨੁੱਖ ਕੁਦਰਤ ਦਾ ਲੇਖਾ ਕਰਨ ਲਈ ਅਸੰਖ ਸ਼ਬਦ ਦੀ ਵੀ ਵਰਤੋਂ ਕਰਦੇ ਹਨ, ਉਹਨਾਂ ਦੇ ਉੱਤੇ ਵੀ ਇੱਕ ਭਾਰ ਚੜ ਜਾਂਦਾ ਹੈ। ਭਾਰ ਕੀ ਚੜਦਾ ਹੈ ਕਿ ਉਹ ਇਹ ਭੁੱਲ ਕਰ ਰਹੇ ਹਨ ਕਿ ਉਹ ਅਸੰਖ ਸ਼ਬਦ ਵਰਤ ਰਹੇ ਹਨ, ਕਿਉਂਕਿ ਅਸੰਖ ਸ਼ਬਦ ਵੀ ਜਿਹੜਾ ਹੈ ਉਹ ਨਾ ਕਾਫੀ ਹੈ, ਉਹ ਕਾਫੀ ਨਹੀਂ ਹੈ। ਅਸੰਖ ਸ਼ਬਦ ਵਿੱਚ ਵੀ ਉਹ ਸਮਰੱਥਾ ਨਹੀਂ ਹੈ ਕਿ ਇਹ ਸ੍ਰਿਸ਼ਟੀ ਜਾਂ ਇਹ ਜੀਵ ਕਿਸ ਕਿਸਮ ਦੇ ਹਨ, ਭਲੇ ਹਨ, ਬੁਰੇ ਹਨ, ਜਾਂ ਸ੍ਰਿਸ਼ਟੀਆਂ ਕਿੰਨੀਆਂ ਹਨ, ਜਾਂ ਜੀਵ ਕਿੰਨੇ ਹਨ, ਉਹਨਾਂ ਦੇ ਰਹਿਣ ਦੀਆਂ ਥਾਵਾਂ ਕਿੰਨੀਆਂ ਹਨ। ਅਸੀਂ ਇਹ ਸਾਰਾ ਕੁਝ ਅਸੰਖ ਲਫ਼ਜ਼ ਦੀ ਵਰਤੋਂ ਕਰਕੇ ਵੀ ਅਸੀਂ ਉਹਨੂੰ ਡਿਸਕ੍ਰਾਈਬ ਨਹੀਂ ਕਰ ਸਕਦੇ। ਹੁਣ ਅਸੰਖ ਵੀ ਜਿਹੜਾ ਹੈ, ਸਤਿਗੁਰੂ ਇਹ ਸਮਝਾ ਰਹੇ ਹਨ ਕਿ ਇਹ ਇਨਐਡਿਕੁਏਟ ਐਕਸਪ੍ਰੈਸ਼ਨ ਹੈ। ਇਹ ਇੱਕ ਪੂਰਨ ਸਮਰੱਥਾ ਵਾਲਾ ਸ਼ਬਦ ਨਹੀਂ ਹੈ ਜਿਹੜਾ ਕਿ ਉਸ ਅਕਾਲ ਪੁਰਖ ਦੀ ਰਚਨਾ ਨੂੰ ਡਿਸਕ੍ਰਾਈਬ ਕਰਦਾ। ਹੁਣ ਦੇਖਿਆ ਜਾਏ ਤੇ ਜਦੋਂ ਕਿਸੇ ਚੀਜ਼ ਦੀ ਗਿਣਤੀ, ਉਹਦਾ ਸਾਈਜ਼, ਉਹਦਾ ਆਕਾਰ ਸਾਡੀ ਸਮਝ ਦੇ ਵਿੱਚ ਜਿੰਨੀ ਗਿਣਤੀ ਆਉਂਦੀ ਹੈ, ਉਹਦੇ ਨਾਲ ਡਿਸਕ੍ਰਾਈਬ ਕੀਤੇ ਜਾਣ ਤੋਂ ਬਾਹਰ ਹੋ ਜਾਂਦਾ ਹੈ ਤੇ ਅਸੀਂ ਉਹਨੂੰ ਅਸੰਖ ਕਹਿ ਦਿੰਦੇ ਹਾਂ। ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਦਾ ਆਕਾਰ ਨਹੀਂ ਹੈ। ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਉਹ ਆਕਾਰ ਜਾਂ ਉਹਦੀ ਗਿਣਤੀ ਏਡੀ ਵੱਡੀ ਹੈ ਜਿਹਨੂੰ ਅਸੀਂ ਨਹੀਂ ਗਿਣ ਸਕਦੇ, ਇਸ ਕਰਕੇ ਅਸੀਂ ਉਹਨੂੰ ਨਾਂ ਦੇ ਦਿੱਤਾ ਅਸੰਖ ਦਾ। ਜਿਵੇਂ ਸਾਇੰਸ ਦੇ ਵਿੱਚ ਅਸੀਂ ਇਹਨੂੰ ਇਨਫਿਨਿਟੀ ਕਹਿ ਛੱਡਦੇ ਹਾਂ। ਤਾਂ ਇਨਫਿਨਿਟੀ ਵੀ ਜਿਹੜਾ ਹੈ, ਇਨਫਿਨਿਟੀ ਦਾ ਮਤਲਬ ਅਨੰਤ ਹੈ, ਅਸੰਖ ਹੈ, ਪਰ ਇਹਦਾ ਅਰਥ ਇਹ ਤਾਂ ਨਹੀਂ ਕਿ ਉਹਦੀ ਕੋਈ ਗਿਣਤੀ ਨਹੀਂ ਹੈ। ਮੈਨੂੰ ਯਾਦ ਹੈ ਜਦੋਂ ਕਾਲਜ ਵਿੱਚ ਪੜ੍ਹਦੇ ਸੀ ਤਾਂ ਸਾਡੇ ਫਿਜ਼ਿਕਸ ਦੇ ਪ੍ਰੋਫੈਸਰ ਨੇ ਇੱਕ ਦਿਨ ਕਲਾਸ ਵਿੱਚ ਆ ਕੇ ਕਿਹਾ ਕਿ ਇਨਫਿਨਿਟੀ ਪਲੱਸ ਇਨਫਿਨਿਟੀ ਇਜ਼ ਇਕੁਅਲ ਟੂ ਇਨਫਿਨਿਟੀ। ਫਿਰ ਅੱਗੇ ਕਹਿੰਦਾ ਇਨਫਿਨਿਟੀ ਮਾਈਨਸ ਇਨਫਿਨਿਟੀ ਇਜ਼ ਇਕੁਅਲ ਟੂ ਇਨਫਿਨਿਟੀ। ਇਨਫਿਨਿਟੀ ਮਲਟੀਪਲਾਈਡ ਬਾਈ ਇਨਫਿਨਿਟੀ ਇਜ਼ ਇਕੁਅਲ ਟੂ ਇਨਫਿਨਿਟੀ। ਇਨਫਿਨਿਟੀ ਡਿਵਾਈਡਡ ਬਾਈ ਇਨਫਿਨਿਟੀ ਇਜ਼ ਇਕੁਅਲ ਟੂ ਇਨਫਿਨਿਟੀ। ਹੁਣ ਇਹ ਸਾਰੀਆਂ ਗੱਲਾਂ ਸਾਇੰਸ ਵਿੱਚ ਸੱਤ ਮੰਨੀਆਂ ਜਾਂਦੀਆਂ ਨੇ ਕਿ ਵਾਕਈ ਇੱਦਾਂ ਹੈ, ਕਿਉਂਕਿ ਅਸੀਂ ਇਨਫਿਨਿਟੀ ਦਾ ਨਾ ਜਮ੍ਹਾਂ ਕਰ ਸਕਦੇ ਹਾਂ, ਨਾ ਘਟਾਓ ਕਰ ਸਕਦੇ ਹਾਂ, ਨਾ ਡਿਵਾਈਡ ਕਰ ਸਕਦੇ ਹਾਂ, ਨਾ ਮਲਟੀਪਲਾਈ ਕਰ ਸਕਦੇ ਹਾਂ। ਤਾਂ ਇਹਦਾ ਮਤਲਬ ਕੀ ਹੋਇਆ ਕਿ ਇਨਫਿਨਿਟੀ ਅਸੀਂ ਉਸ ਚੀਜ਼ ਨੂੰ ਡਿਸਕ੍ਰਾਈਬ ਕਰਨ ਦਾ ਇੱਕ ਰਾਹ ਲੱਭ ਲਿਆ ਜਿਹੜਾ ਸਾਡੀ ਸਮਝ ਵਿੱਚ ਨਹੀਂ ਆ ਰਿਹਾ, ਸਾਡੇ ਸਕੇਲ ਤੋਂ ਬਹੁਤ ਉੱਪਰ ਹੈ, ਬੜਾ ਵੱਡਾ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਅਸੰਖ ਕਹਿ ਦਈਏ ਤਾਂ ਇਹ ਵੀ ਇੱਕ ਇਨਐਡਿਕੁਏਟ ਐਕਸਪ੍ਰੈਸ਼ਨ ਹੈ। ਕਿਤੇ ਅਸੰਖ ਕਹਿ ਕੇ ਮਤਾ ਕੋਈ ਇਹ ਸਮਝ ਲਵੇ ਕਿ ਹੁਣ ਮੈਂ ਅਕਾਲ ਪੁਰਖ ਦੀ ਕੁਦਰਤ ਨੂੰ ਅਸੰਖ ਕਹਿ ਦਿੱਤਾ ਤੇ ਇਹ ਉਹਦੀ ਪੂਰੀ ਡਿਸਕ੍ਰਿਪਸ਼ਨ ਹੋ ਗਈ, ਉਹਦੀ ਪੂਰੀ ਵਿਆਖਿਆ ਹੋ ਗਈ। ਐਸੀ ਕੋਈ ਗੱਲ ਨਹੀਂ। ਬਲਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਕਾਲ ਪੁਰਖ ਅਸੰਖ ਹੈ ਤਾਂ ਅਸਲੀਅਤ ਦੇ ਵਿੱਚ ਅਸੀਂ, ਜਾਂ ਅਕਾਲ ਪੁਰਖ ਦੀ ਜਿਹੜੀ ਇੱਥੇ ਗੱਲ ਹੋ ਰਹੀ ਹੈ, ਅਕਾਲ ਪੁਰਖ ਦੀ ਕੁਦਰਤ ਦੀ ਗੱਲ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਕਾਲ ਪੁਰਖ ਦੀ ਕੁਦਰਤ ਅਸੰਖ ਹੈ
ਤਾਂ ਇਉਂ ਸਮਝਣਾ ਚਾਹੀਦਾ ਹੈ ਕਿ ਸ਼ਾਇਦ ਅਸੀਂ ਉਹਨੂੰ ਕਿਤੇ ਘਟਾ ਕੇ ਤਾਂ ਨਹੀਂ ਕਹਿ ਰਹੇ, ਕਿਉਂਕਿ ਅਸੰਖ ਦੇ ਨਾਲ ਵੀ ਅਸੀਂ ਡਿਸਕ੍ਰਾਈਬ ਨਹੀਂ ਕਰ ਸਕਦੇ ਉਹਨੂੰ, ਉਹ ਇਤਨੀ ਕੋਈ ਵੱਡੀ ਚੀਜ਼ ਹੈ। ਤੋ ਸਤਿਗੁਰਾਂ ਨੇ ਹੁਣ ਸਾਨੂੰ ਸਮਝਾਇਆ ਹੈ ਕਿ ਮਤਾ ਇਹ ਸਮਝ ਲਵੇ ਕਿ ਅਸੀਂ ਕਿਸੇ ਵੀ ਢੰਗ ਦੇ ਨਾਲ ਅਕਾਲ ਪੁਰਖ ਦੀ ਕੁਦਰਤ ਦਾ ਅੰਤ ਪਾ ਸਕਦੇ ਹਾਂ। ਗੱਲ ਉਹੀ ਹੈ ਜੋ ਇੱਕ ਵਿਅਕਤੀ ਜਿੰਨੇ ਵੀ ਇਹ ਥਿਊਰੀ ਦਿੱਤੀ ਕਿ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ ਆਪਣੇ ਸਿੰਘਾਂ ਤੇ, ਜਿੱਡੀ ਵੱਡੀ ਗਲਤੀ ਉਹ ਕਰ ਰਿਹਾ। ਸਤਿਗੁਰੂ ਕਹਿੰਦੇ ਹਨ ਕਿ ਜਦੋਂ ਅਸੀਂ ਅਸੰਖ ਵੀ ਕਹਿ ਛੱਡਦੇ ਹਾਂ ਤੇ ਤਾਂ ਵੀ ਅਸਲ ਦੇ ਵਿੱਚ ਤਾਂ ਅਸੀਂ ਗੁਨਾਹ ਹੀ ਕਰ ਰਹੇ ਹਾਂ, ਕਿਉਂਕਿ ਉਹ ਤੇ ਅਸੰਖਾਂ ਤੋਂ ਵੀ ਪਤਾ ਨਹੀਂ ਕਿੱਥੇ ਤੱਕ ਵੱਡੀ ਹੈ ਕੁਦਰਤ। ਅਸੀਂ ਉਹਨੂੰ ਅਸੰਖ ਕਹਿ ਕੇ ਵੀ ਡਿਸਕ੍ਰਾਈਬ ਨਹੀਂ ਕਰ ਸਕਦੇ। ਔਰ ਅੱਗੋਂ ਸਤਿਗੁਰੂ ਜੀ ਟੌਪਿਕ ਬਦਲਦੇ ਹੋਏ ਸਾਨੂੰ ਸਾਡੀ ਜਿਹੜੀ ਦੂਜੀ ਇਨਐਡਿਕੁਏਸੀ ਹੈ ਉਹਦੇ ਬਾਰੇ ਜ਼ਿਕਰ ਕਰਨ ਲੱਗੇ ਹਨ। ਅਖਰੀ ਨਾਮ ਅਖਰੀ ਸਾਲਾ। ਅਖਰੀ ਦਾ ਅਰਥ ਹੈ ਅੱਖਰਾਂ ਦੇ ਰਾਹੀਂ ਹੀ। ਨਾਮ ਅਖਰੀ ਸਾਲਾ, ਸਾਲਾ ਦਾ ਅਰਥ ਹੈ ਸਿਫਤ। ਤੋ ਭਾਵੇਂ ਅਕਾਲ ਪੁਰਖ ਦਾ ਲੇਖਾ ਕਰਨ ਲਈ ਅਸੀਂ ਅਸੰਖ ਵਰਤਦੇ ਹਾਂ, ਪਰ ਉਹਦਾ ਲੇਖਾ ਕਰਨ ਲਈ ਅਸੰਖ ਸ਼ਬਦ ਤਾਂ ਕਿਤੇ ਰਿਹਾ, ਕੋਈ ਵੀ ਸ਼ਬਦ ਜਿਹੜਾ ਹੈ ਉਹ ਪੂਰਾ ਨਹੀਂ ਪੈ ਸਕਦਾ। ਅਸੀਂ ਅਕਾਲ ਪੁਰਖ ਦਾ ਨਾਮ ਵੀ ਅੱਖਰਾਂ ਦੇ ਰਾਹੀਂ ਲੈਂਦੇ ਹਾਂ, ਉਹਦੇ ਅੱਖਰਾਂ ਦੇ ਰਾਹੀਂ ਹੀ ਲੈਣਾ ਪਏਗਾ, ਹੋਰ ਕੋਈ ਢੰਗ ਨਹੀਂ ਹੈ ਸਾਡੇ ਕੋਲ। ਅੱਖਰਾਂ ਰਾਹੀਂ ਹੀ ਅਸੀਂ ਲੈਂਦੇ ਹਾਂ, ਅੱਖਰਾਂ ਰਾਹੀਂ ਹੀ ਲਿਆ ਜਾ ਸਕਦਾ ਹੈ। ਅਤੇ ਉਹਦੀ ਸਿਫਤ ਸਲਾਹ ਵੀ ਜਦੋਂ ਕਰਨੀ ਹੈ ਅਸੀਂ ਉਹ ਵੀ ਅੱਖਰਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਹੀ ਕਰਨੀ ਹੈ। ਭਾਵ ਕਿ ਜਦੋਂ ਵੀ ਅਸੀਂ ਅਕਾਲ ਪੁਰਖ ਦੇ ਬਾਰੇ ਗੱਲ ਕਰਨੀ ਹੈ ਤੇ ਦੂਜੀ ਸਾਡੀ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਅਸੀਂ ਅੱਖਰ ਵਰਤ ਕੇ, ਸ਼ਬਦ ਵਰਤ ਕੇ ਉਹਦੀ ਸਿਫਤ ਸਲਾਹ ਕਰਨੀ ਹੈ। ਅਸੀਂ ਨਾਮ ਵੀ ਉਹਦਾ ਲੈਣਾ ਹੈ ਤੇ ਸ਼ਬਦਾਂ ਦੇ ਵਿੱਚ ਹੀ ਲੈਣਾ ਹੈ, ਕਿਉਂਕਿ ਸਾਡੇ ਕੋਲ ਹੋਰ ਕੋਈ ਸਾਧਨ ਹੀ ਨਹੀਂ ਹੈ ਜਿਹਦੇ ਨਾਲ ਅਸੀਂ ਅਕਾਲ ਪੁਰਖ ਨੂੰ ਯਾਦ ਕਰ ਸਕੀਏ ਜਾਂ ਉਹਦੀ ਸਿਫਤ ਸਲਾਹ ਕਰ ਸਕੀਏ। ਅੱਗੇ ਸਤਿਗੁਰੂ ਕਹਿੰਦੇ ਹਨ ਕਿ ਅੱਖਰੀ ਗਿਆਨ ਗੀਤ ਗੁਣ ਗਾ। ਗਾ ਦਾ ਜਿਵੇਂ ਅਸੀਂ ਅੱਗੇ ਵੀ ਆਇਆ ਹੈ ਸ਼ਬਦ ਗੁਣ ਗਾ, ਕਿ ਗੁਣਾਂ ਨੂੰ ਗਾਉਣ ਵਾਲੇ, ਭਾਵ ਉਸ ਦੇ ਗੁਣਾਂ ਦੇ ਵਾਕਫ ਜਾਂ ਉਸ ਦੇ ਗੁਣਾਂ ਨੂੰ ਡਿਸਕ੍ਰਾਈਬ ਜਿਨ੍ਹਾਂ ਦੇ ਰਾਹੀਂ ਅਸੀਂ ਕਰ ਸਕਦੇ ਹਾਂ। ਤਾਂ ਗਿਆਨ ਗੁਣ ਤੇ ਗੁਣ ਗੀਤ। ਜਦੋਂ ਅਸੀਂ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਨਾ ਹੈ ਜਾਂ ਅਸੀਂ ਉਹਦੇ ਗੁਣਾਂ ਦਾ ਗਿਆਨ ਦੇਣਾ ਹੈ, ਅਕਾਲ ਪੁਰਖ ਦਾ ਗਿਆਨ ਵੀ ਅੱਖਰਾਂ ਰਾਹੀਂ ਹੀ ਵਿਚਾਰਿਆ ਜਾ ਸਕਦਾ ਹੈ ਤੇ ਅੱਖਰਾਂ ਰਾਹੀਂ ਉਹਦੇ ਗੁਣਾਂ ਤੋਂ ਹੀ ਵਾਕਫ ਹੋਇਆ ਜਾ ਸਕਦਾ ਹੈ, ਉਹਦੇ ਗੁਣਾਂ ਦੇ ਗੀਤ ਗਾਏ ਜਾ ਸਕਦੇ ਹਨ। ਇਹ ਸਾਰਾ ਕੁਝ ਕਰਨ ਲਈ ਵੀ ਸਾਨੂੰ ਕਿਸ ਚੀਜ਼ ਦੀ ਲੋੜ ਹੈ? ਅੱਖਰਾਂ ਦੀ, ਸ਼ਬਦ ਦੀ। ਅੱਗੇ ਸਤਿਗੁਰੂ ਕਹਿੰਦੇ ਹਨ ਕਿ ਅੱਖਰੀ ਲਿਖਣ ਬੋਲਣ ਬਾਣ। ਬਾਣ ਦਾ ਭਾਵ ਹੈ ਬਾਣੀ, ਭਾਵ ਜੋ ਅਸੀਂ ਬੋਲਦੇ ਹਾਂ, ਜੋ ਸਾਡੀ ਬੋਲੀ ਹੈ। ਹੁਣ ਅਸੀਂ ਜਦੋਂ ਕਿਸੇ ਚੀਜ਼ ਨੂੰ, ਆਪਣੀ ਗੱਲ ਨੂੰ ਕਹਿਣਾ ਹੋਵੇ ਤਾਂ ਸਾਡੇ ਕੋਲ ਦੋ ਹੀ ਢੰਗ ਹਨ, ਜਾਂ ਅਸੀਂ ਬੋਲ ਕੇ ਕਹਿੰਦੇ ਹਾਂ ਜਾਂ ਉਹਨੂੰ ਲਿਖ ਕੇ ਕਹਿੰਦੇ। ਪਰ ਇਹਨਾਂ ਦੋਵਾਂ ਚੀਜ਼ਾਂ ਵਾਸਤੇ ਵੀ, ਬੋਲਣ ਵਾਸਤੇ ਵੀ ਤੇ ਲਿਖਣ ਵਾਸਤੇ ਵੀ ਸਾਨੂੰ ਲੋੜ ਕਿਸ ਚੀਜ਼ ਦੀ ਹੈ? ਸ਼ਬਦਾਂ ਦੀ, ਅੱਖਰਾਂ। ਸਤਿਗੁਰੂ ਕਹਿੰਦੇ ਹਨ ਕਿ ਜਦੋਂ ਅਸੀਂ ਬੋਲਣਾ ਹੈ ਜਾਂ ਲਿਖਣਾ ਹੈ ਆਪਣੀ ਬੋਲੀ ਦੇ ਵਿੱਚ ਜਾਂ ਕਿਸੇ ਵੀ ਬੋਲੀ ਦੇ ਵਿੱਚ, ਤੇ ਤਾਂ ਵੀ ਸਾਨੂੰ ਲੋੜ ਕਿਸ ਚੀਜ਼ ਦੀ ਪੈਣੀ ਹੈ? ਅੱਖਰਾਂ। ਅੱਖਰਾਂ ਤੋਂ ਬਿਨਾਂ ਅਸੀਂ ਨਾ ਬੋਲ ਸਕਦੇ ਹਾਂ, ਨਾ ਲਿਖ ਸਕਦੇ ਹਾਂ। ਭਾਵ ਅਸੀਂ ਆਪਣੀ ਗੱਲ ਦੂਜੇ ਨੂੰ ਕਨਵੇ ਹੀ ਨਹੀਂ ਕਰ ਸਕਦੇ, ਅਸੀਂ ਕਿਸੇ ਨੂੰ ਆਪਣੀ ਗੱਲ ਦੱਸ ਹੀ ਨਹੀਂ ਸਕਦੇ ਜਦ ਤੱਕ ਸਾਡੇ ਕੋਲ ਅੱਖਰ ਨਾ ਹੋਣ, ਸ਼ਬਦ ਨਾ। ਤੇ ਅੱਖਰਾਂ ਸਿਰ ਸੰਜੋਗ ਵਖਾਣ। ਸੰਜੋਗ ਦਾ ਅਰਥ ਹੈ ਉਸ ਅਕਾਲ ਪੁਰਖ ਨੇ ਜੋ ਭਾਗਾਂ ਦਾ ਲੇਖਾ ਸਾਡੇ ਮੱਥੇ ਤੇ ਲਿਖਿਆ ਹੈ, ਅਸੀਂ ਕਹਿ ਦਿੰਦੇ ਹਾਂ ਜੋ ਉਸਨੇ ਸਾਡੇ ਭਾਗ ਲਿਖੇ ਹਨ, ਜਦੋਂ ਅਸੀਂ ਉਹਨਾਂ ਦਾ ਵੀ ਵਖਾਣ ਕਰਨਾ ਹੋਵੇ, ਉਹਨਾਂ ਨੂੰ ਵੀ ਬਿਆਨ ਕਰਨਾ ਹੋਵੇ, ਉਹਨਾਂ ਨੂੰ ਦੱਸਣਾ ਹੋਵੇ, ਉਹਦੀ ਵਿਆਖਿਆ ਕਰਨੀ ਹੋਵੇ, ਤਾਂ ਫਿਰ ਕੀ ਹੈ? ਉਹਦੇ ਲਈ ਵੀ ਸਾਨੂੰ ਜਿਹੜਾ ਹੈਗਾ ਉਹ ਸ਼ਬਦਾਂ ਦੇ ਨਾਲ ਹੀ ਦੱਸਣਾ ਪਏਗਾ। ਹੁਣ ਇਸ ਦੇ ਅਰਥ ਇੱਕ ਇਹ ਵੀ ਕੀਤੇ ਜਾਂਦੇ ਹਨ ਕਿ ਸੰਜੋਗ ਦਾ ਅਰਥ ਹੈ ਜੋ ਇੱਕ ਜੀਵ ਦਾ ਅਕਾਲ ਪੁਰਖ ਦੇ ਨਾਲ ਰਿਸ਼ਤਾ ਹੈ। ਹੁਣ ਜਦੋਂ ਉਹ ਸਾਡੇ ਭਾਗ ਲਿਖਦਾ ਹੈ ਤਾਂ ਉਹ ਵੀ ਉਹਦਾ ਸਾਡੇ ਨਾਲ ਰਿਸ਼ਤਾ ਹੀ ਤਾਂ ਬਣਦਾ ਹੈ। ਤਾਂ ਬਹੁਤਾ ਫਰਕ ਨਹੀਂ। ਕਹਿਣ ਤੋਂ ਭਾਵ ਇਹ ਹੈ ਕਿ ਸਾਡਾ ਜੋ ਵੀ ਸੰਬੰਧ ਹੈ, ਉਹਨੇ ਸਾਡਾ ਲੇਖਾ ਲਿਖਿਆ, ਅਸੀਂ ਉਹਦੇ ਮੁਤਾਬਕ ਜੀਵਨ ਜੀਣਾ ਹੈ।
ਸਾਡਾ ਉਹਦੇ ਨਾਲ ਇਹੀ ਸੰਬੰਧ ਹੈ, ਤਾਂ ਫਿਰ ਇਹ ਸਾਰਾ ਕੁਝ ਦੱਸਣ ਦੇ ਲਈ ਵੀ ਸਾਨੂੰ ਅੱਖਰਾਂ ਦੀ, ਸ਼ਬਦਾਂ ਦੀ ਲੋੜ ਪੈਂਦੀ। ਉਹਨੇ ਸਾਡੇ ਭਾਗ ਕੀ ਲਿਖੇ ਹਨ, ਸਾਡੇ ਜੀਵਨ ਦੇ ਵਿੱਚ ਅਸੀਂ ਕਰਨਾ ਕੀ ਹੈ, ਜਦੋਂ ਅਸੀਂ ਇਹਦੀ ਵੀ ਵਿਆਖਿਆ ਕਰਨੀ ਹੈ, ਇਹ ਵੀ ਸਾਨੂੰ ਸ਼ਬਦਾਂ ਦੇ ਰਾਹੀਂ ਹੀ ਕਰਨੀ ਪੈਂਦੀ। ਤਾਂ ਭਾਵ ਇਹ ਹੈ ਕਿ ਸਤਿਗੁਰੂ ਹੁਣ ਤੱਕ ਕਹਿ ਰਹੇ ਹਨ ਕਿ ਚਾਹੇ ਅਸੀਂ ਉਸ ਅਕਾਲ ਪੁਰਖ ਦਾ ਗਿਆਨ, ਚਾਹੇ ਉਹਦੇ ਅਕਾਲ ਪੁਰਖ ਦੇ ਗੀਤ ਗਾਉਣੇ ਹੋਣ, ਉਹਦੀ ਸਿਫਤ ਸਲਾਹ ਕਰਨੀ ਹੋਵੇ, ਜਾਂ ਅਸੀਂ ਉਸ ਦਾ ਨਾਮ ਲੈਣਾ ਹੋਵੇ, ਉਹਦੇ ਗੀਤ ਗਾਉਣੇ ਹੋਣ, ਬੋਲ ਕੇ ਲਿਖ ਕੇ ਕੁਝ ਦੱਸਣਾ ਹੋਵੇ, ਤਾਂ ਸਾਨੂੰ ਲੋੜ ਕਿਸ ਚੀਜ਼ ਦੀ ਹੈ? ਸ਼ਬਦਾਂ ਦੀ। ਪਰ ਸਤਿਗੁਰੂ ਕਹਿੰਦੇ ਹਨ ਕਿਤੇ ਇਹਦਾ ਅਰਥ ਇਹ ਨਾ ਸਮਝ ਲੈਣਾ ਕਿ ਚਲੋ ਗਿਣਤੀਆਂ ਦੇ ਨਾਲ ਸੰਖ ਕਹਿ ਕੇ ਵੀ ਸਾਡੀ ਗੱਲ ਨਹੀਂ ਬਣੀ। ਸਾਡੇ ਕੋਲ ਸ਼ਬਦ ਤਾਂ ਹੈਗੇ ਨੇ ਨਾ, ਅਸੀਂ ਸ਼ਬਦਾਂ ਨਾਲ ਤੇ ਅਕਾਲ ਪੁਰਖ ਨੂੰ, ਉਹਦੀ ਕੁਦਰਤ ਨੂੰ, ਉਹਦੇ ਹੁਕਮ ਨੂੰ, ਉਹਦੇ ਨਾਮ ਨੂੰ, ਭਾਵ ਅਕਾਲ ਪੁਰਖ ਨੂੰ ਅਸੀਂ ਕਿਵੇਂ ਬਿਆਨ ਕਰ ਸਕਦੇ ਹਾਂ? ਤੇ ਸਤਿਗੁਰੂ ਕਹਿੰਦੇ ਹਨ ਇਹ ਵੀ ਨਾ ਸਮਝ ਲੈਣਾ ਕਿ ਅੱਖਰ ਵੀ ਸਾਡੇ ਜਿਹੜੇ ਹਨ, ਇਹ ਵੀ ਅਸੰਖ ਜਾਂ ਗਿਣਤੀ ਦੇ ਵਾਂਗ ਹੀ ਇੱਕ ਇਨਐਡਿਕੁਏਟ ਐਕਸਪ੍ਰੈਸ਼ਨ ਹੈ। ਕਿਉਂ? ਜਿਨ ਇਹ ਲਿਖੇ ਤੇ ਸਿਰ ਨਾ, ਭਾਵ ਜਿਸ ਨੇ ਸਾਡੇ ਸੰਜੋਗ, ਸਾਡੇ ਭਾਗ ਲਿਖੇ ਹਨ, ਇਹ ਭਾਗ ਤਾਂ ਸ਼ਬਦਾਂ ਦੇ ਵਿੱਚ ਆ ਜਾਣਗੇ, ਪਰ ਜਿਨੇ ਲਿਖਿਆ ਉਹਦੇ ਉੱਤੇ ਕੋਈ ਸ਼ਬਦ ਕੰਮ ਨਹੀਂ ਕਰਦੇ। ਸਤਿਗੁਰੂ ਕਹਿੰਦੇ ਹਨ ਜਿਨ ਦਾ ਭਾਵ ਜਿਸ ਨੇ, ਸੰਜੋਗ ਭਾਵ ਜਿਹੜੇ ਸਾਡੇ ਭਾਗਾਂ ਦੇ ਸੰਜੋਗ ਦੇ ਅੱਖਰ ਲਿਖੇ ਨੇ, ਤਿਸ ਸਿਰ ਭਾਵ ਅਕਾਲ ਪੁਰਖ ਦੇ ਮੱਥੇ ਤੇ ਕੋਈ ਲੇਖ ਨਹੀਂ ਹੈ, ਕਿਉਂਕਿ ਉਹ ਲੇਖਾਂ ਦੇ ਵਿੱਚ ਨਹੀਂ ਹੈ। ਜਿਸ ਨੇ ਭਾਗ ਸਾਡੇ ਸੰਜੋਗ ਦੇ ਅੱਖਰ ਲਿਖੇ ਹਨ, ਉਹਦੇ ਲੇਖ ਉੱਤੇ, ਉਹਦੇ ਸਿਰ ਦੇ ਉੱਤੇ, ਉਹਦੇ ਮੱਥੇ ਦੇ ਉੱਤੇ ਕੋਈ ਲੇਖ ਨਹੀਂ ਹੈ। ਕਿਉਂ? ਕਿਉਂਕਿ ਅਸੀਂ ਉਹਨੂੰ ਡਿਸਕ੍ਰਾਈਬ ਹੀ ਨਹੀਂ ਕਰ ਸਕਦੇ, ਉਹ ਅੱਖਰਾਂ ਤੋਂ ਬਾਹਰ ਹੈ। ਕੋਈ ਵੀ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਲਗਾ ਸਕਦਾ, ਭਾਵ ਉਹਦੀ ਕੋਈ ਗਿਣਤੀ ਮਿਣਤੀ ਨਹੀਂ ਦੱਸ ਸਕਦਾ, ਅੱਖਰਾਂ ਨਾਲ ਉਹਨੂੰ ਡਿਸਕ੍ਰਾਈਬ ਨਹੀਂ ਕਰ ਸਕਦਾ, ਉਹਦਾ ਅਸੀਂ ਲੇਖਾ ਨਹੀਂ ਲਗਾ ਸਕਦੇ। ਉਹਨੇ ਤਾਂ ਸਾਡਾ ਲੇਖਾ ਲਿਖ ਦਿੱਤਾ, ਸਾਡੇ ਭਾਗ ਲਿਖ ਦਿੱਤੇ, ਉਹ ਤਾਂ ਅਸੀਂ ਸ਼ਬਦਾਂ ਦੇ ਵਿੱਚ ਵੀ ਦੱਸ ਲਵਾਂਗੇ। ਪਰ ਜਦੋਂ ਅਸੀਂ ਅਕਾਲ ਪੁਰਖ ਦਾ ਲੇਖਾ ਲਿਖਣਾ ਸ਼ੁਰੂ ਕਰਾਂਗੇ ਤਾਂ ਫਿਰ ਸਾਡਾ ਲੇਖਾ ਨਹੀਂ ਲਿਖਿਆ ਜਾ ਸਕਦਾ, ਕਿਉਂਕਿ ਸਾਡੇ ਸ਼ਬਦ ਵੀ ਉਹਨੂੰ ਬਿਆਨ ਨਹੀਂ ਕਰ ਸਕਦੇ। ਤਾਂ ਫਿਰ ਹੁਣ ਅਸੀਂ ਪਹੁੰਚੇ ਕਿੱਥੇ? ਸਤਿਗੁਰਾਂ ਨੇ ਸਾਨੂੰ ਅਕਾਲ ਪੁਰਖ ਦੀ ਗੱਲ ਕਰਦਿਆਂ ਪਹਿਲੇ ਉਹਦੇ ਦੱਸਿਆ ਕਿ ਅਸੰਖ, ਇਹ ਸ਼ਬਦ ਵੀ ਇਨਐਡਿਕੁਏਟ ਹੈ, ਸਾਡੇ ਸ਼ਬਦ ਵੀ ਜਿਹੜੇ ਨੇ ਉਹ ਵੀ ਇਨਐਡਿਕੁਏਟ ਨੇ। ਤਾਂ ਫਿਰ ਸਾਡੇ ਕੋਲ ਰਸਤਾ ਕੀ ਹੈ? ਔਰ ਸਤਿਗੁਰੂ ਕਹਿੰਦੇ ਹਨ ਕਿ ਜਿਨ ਇਹ ਲਿਖੇ ਤੇ ਸਰਨਾਹੇ, ਜੇ ਫਰਮਾਏ ਤਿਵ ਤਿਵ ਪਾਏ। ਉਹਦਾ ਤਾਂ ਲੇਖਾ ਕੋਈ ਨਹੀਂ, ਉਹਦਾ ਤੇ ਕੋਈ ਹਿਸਾਬ ਕਿਤਾਬ ਕੋਈ ਨਹੀਂ, ਉਹਦੇ ਭਾਗ ਕੁਛ ਨਹੀਂ, ਪਰ ਅਕਾਲ ਪੁਰਖ ਨੇ ਜੋ ਹੁਕਮ ਕੀਤਾ ਹੈ ਉਸੇ ਤਰ੍ਹਾਂ ਹੀ ਅਸੀਂ ਆਪਣੇ ਸੰਜੋਗ ਭੋਗਦੇ ਹਾਂ। ਜਿਵ ਭਾਵ ਜਿਸ ਤਰ੍ਹਾਂ, ਫਰਮਾਏ ਭਾਵ ਅਕਾਲ ਪੁਰਖ ਨੇ ਹੁਕਮ ਕੀਤਾ, ਉਹ ਹੁਕਮ ਕਰਦਾ ਹੈ। ਤਿਵ ਤਿਵ ਭਾਵ ਉਸੇ ਤਰ੍ਹਾਂ ਜੀਵ ਪਾ ਲੈਂਦੇ ਹਨ। ਤਾਂ ਅਸੀਂ ਉਹ ਲੇਖੇ ਦੇ ਵਿੱਚ ਨਹੀਂ ਹੈ, ਪਰ ਅਸੀਂ ਲੇਖੇ ਦੇ ਵਿੱਚ ਹਾਂ। ਜੋ ਉਸ ਦਾ ਹੁਕਮ ਹੈ, ਜੋ ਉਸਨੇ ਫਰਮਾਨ ਕੀਤਾ ਹੈ, ਅਸੀਂ ਉਹੀ ਪ੍ਰਾਪਤੀ ਕਰਦੇ ਹਾਂ ਤੇ ਸਾਡਾ ਜੀਵਨ ਉਸੇ ਤਰ੍ਹਾਂ ਹੀ ਬੀਤਦਾ ਹੈ। ਅਸੀਂ ਆਪਣਾ ਜੀਵਨ ਆਪਣੇ ਹੀ ਸੰਜੋਗ, ਆਪਣੇ ਹੀ ਭਾਗ ਜਿਹੜੇ ਨੇ ਉਹ ਭੋਗਦੇ ਹਾਂ। ਤੋ ਸਤਿਗੁਰਾਂ ਨੇ ਇੱਥੇ ਸਾਨੂੰ ਅਹਿਸਾਸ ਕਰਾ ਦਿੱਤਾ ਕਿ ਨਾ ਸਾਡੇ ਕੋਲ ਕੋਈ ਗਿਣਤੀ ਹੈ ਉਹਦੀ ਕੁਦਰਤ ਨੂੰ, ਉਹਦੇ ਹੁਕਮ ਨੂੰ ਵਿਖਾਣ ਕਰਨ ਦੀ, ਨਾ ਸਾਡੇ ਕੋਲ ਕੋਈ ਸ਼ਬਦ ਹਨ, ਕਿਉਂਕਿ ਉਹ ਅਕਾਲ ਪੁਰਖ ਜਿਹੜੇ ਇਹ ਸ੍ਰਿਸ਼ਟੀ ਸਿਰਜੀ ਹੈ ਉਹ ਤਾਂ ਲੇਖੇ ਤੋਂ ਬਾਹਰ ਹੈ, ਉਹ ਗਿਣਤੀ ਤੋਂ ਵੀ ਬਾਹਰ ਹੈ, ਤੇ ਬਿਆਨ ਤੋਂ ਵੀ ਬਾਹਰ ਹੈ, ਵਿਖਾਣ ਤੋਂ ਵੀ ਬਾਹਰ ਹੈ। ਤਾਂ ਫਿਰ ਸਤਿਗੁਰੂ ਅੱਗੇ ਸਾਨੂੰ ਰਸਤਾ ਦੱਸਦੇ ਹਨ ਕਿ ਫਿਰ ਸਾਡੇ ਕੋਲ ਬਾਕੀ ਰਸਤਾ ਕੀ? ਫਿਰ ਅਸੀਂ ਉਸ ਅਕਾਲ ਪੁਰਖ ਦੇ ਨਾਲ ਸਾਡਾ ਰਿਸ਼ਤਾ ਜੁੜੇ ਕਿਵੇਂ? ਸਤਿਗੁਰੂ ਕਹਿੰਦੇ ਹਨ ਜੇਤਾ ਕੀਤਾ ਤੇਤਾ ਨਾਮ, ਜੇਤਾ ਭਾਵ ਜਿਤਨਾ, ਕੀਤਾ ਭਾਵ ਉਸ ਦਾ ਕੀਤਾ ਹੋਇਆ, ਉਸ ਦਾ ਪੈਦਾ ਕੀਤਾ ਹੋਇਆ ਸੰਸਾਰ ਜੋ ਹੈ, ਉਹ ਉਹਦੀ ਰਚਨਾ ਹੈ, ਉਹ ਕੀਤਾ ਹੈ ਉਸਦਾ। ਤੇਤਾ ਭਾਵ ਓਨਾ ਹੀ, ਓਨਾ ਹੀ ਭਾਵ ਉਹ ਸਾਰਾ ਹੀ ਨਾਉ, ਨਾਉ ਹੈ।
ਨਾਉ ਹੈ ਭਾਵ ਉਸ ਅਕਾਲ ਪੁਰਖ ਦਾ ਨਾਮ ਹੀ ਵਰਤ ਰਿਹਾ ਹੈ। ਹੁਣ ਜਦੋਂ ਅਸੀਂ ਕਿਸੇ ਚੀਜ਼ ਨੂੰ ਉਹਦਾ ਬਖਾਣ ਕਰਨਾ ਹੁੰਦਾ ਹੈ, ਉਹਨੂੰ ਡਿਸਕ੍ਰਾਈਬ ਕਰਨਾ ਹੁੰਦਾ ਹੈ, ਤਾਂ ਸਾਨੂੰ ਦੋ ਚੀਜ਼ਾਂ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲਾਂ ਤੇ ਅਸੀਂ ਇਹ ਦੱਸਦੇ ਹਾਂ ਕਿ ਉਹ ਚੀਜ਼ ਹੈ ਕੀ ਹੈ। ਫਿਰ ਦੂਸਰੀ ਗੱਲ ਸਾਨੂੰ ਇਹ ਪਤਾ ਹੋਣੀ ਚਾਹੀਦੀ ਹੈ ਕਿ ਉਹਦੇ ਗੁਣ ਕੀ ਹੈ। ਤੇ ਜਿਹੜੀ ਚੀਜ਼ ਹੈ ਕੀ ਹੈ ਉਹ ਅਸੀਂ ਕਿਸ ਤਰ੍ਹਾਂ ਡਿਸਕ੍ਰਾਈਬ ਕਰਦੇ ਹਾਂ, ਅਸੀਂ ਉਹਦਾ ਇੱਕ ਨਾਮ ਰੱਖ ਲੈਂਦੇ। ਜਦੋਂ ਅਸੀਂ ਨਾਮ ਦੱਸਦੇ ਹਾਂ ਕਿ ਇਹ ਚੀਜ਼ ਇਸ ਨਾਮ ਨਾਲ ਜਾਣੀ ਜਾਂਦੀ ਹੈ, ਤਾਂ ਸਾਡੇ ਸਾਹਮਣੇ ਉਸ ਦੀ ਇੱਕ ਸ਼ਕਲ, ਇੱਕ ਮੂਰਤ ਆ ਜਾਂਦੀ ਹੈ। ਤੇ ਗੁਣ ਜਿਹੜੇ ਹਨ, ਉਹਦਾ ਮਤਲਬ ਇਹ ਹੈ ਕਿ ਅਸੀਂ ਉਹਦੇ ਗੁਣ ਦੱਸਦੇ ਹਾਂ। ਸਾਨੂੰ ਪਤਾ ਹੁੰਦਾ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਇੱਕ ਮੇਜ਼ ਹੈ, ਤਾਂ ਸਾਨੂੰ ਪਤਾ ਹੈ ਕਿ ਉਹਦੀ ਸ਼ਕਲ ਕੈਸੀ ਹੋਏਗੀ, ਜਾਂ ਇੱਕ ਕੁਰਸੀ ਹੈ ਤਾਂ ਸ਼ਕਲ ਕੈਸੀ ਹੋਏਗੀ। ਭਾਵ ਸਤਿਗੁਰੂ ਜੀ ਕਹਿੰਦੇ ਹਨ ਕਿ ਜੇਤਾ ਕੀਤਾ ਜਿੰਨੀ ਉਹਦੀ ਰਚਨਾ ਹੈ, ਉਹਨੂੰ ਡਿਸਕ੍ਰਾਈਬ ਕਰਨ ਦੇ ਲਈ ਉਹਦਾ ਨਾਮ ਹੀ ਜੋ ਹੈ ਉਹ ਉਹੀ ਉਹਨੂੰ ਡਿਸਕ੍ਰਾਈਬ ਕਰਦਾ। ਕਿਸੇ ਵੀ ਵਸਤੂ ਨੂੰ ਡਿਸਕ੍ਰਾਈਬ ਕਰਦਾ ਹੈ, ਉਹਨੂੰ ਉਹ ਨਾਮ ਦੇ ਨਾਲ ਹੀ ਉਹ ਸਾਰੀ ਗੱਲ ਉਹ ਸਮਝ ਆ ਜਾਂਦੀ ਹੈ। ਹੁਣ ਇਹਦਾ ਅਰਥ ਹੈ ਕਿ ਜੋ ਸੰਸਾਰ ਅਕਾਲ ਪੁਰਖ ਨੇ ਬਣਾਇਆ ਹੈ, ਇਹ ਅਸਲ ਦੇ ਵਿੱਚ ਨਾਉ ਹੀ ਹੈ। ਤੇ ਨਾਉ ਦਾ ਅਰਥ ਹੈ ਕਿ ਉਹ ਅਕਾਲ ਪੁਰਖ ਨੇ ਆਪਣੇ ਗੁਣ ਜੋ ਬਖਸ਼ਿਸ਼ ਕੀਤੇ ਹਨ ਉਹ ਉਹਦੇ ਵਿੱਚ ਰੱਖੇ ਹਨ। ਤੇ ਇਹ ਜੋ ਜਗਤ ਹੈ ਇਹ ਉਸ ਦਾ ਹੀ ਸਰੂਪ ਹੈ। ਜਿਵੇਂ ਬਾਣੀ ਦੇ ਵਿੱਚ ਵੀ ਆਉਂਦਾ ਹੈ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਏ। ਭਾਵ ਜਿਹੜੀ ਥਾਂ ਜਾਂ ਜਿਹੜਾ ਪਦਾਰਥ ਵੀ ਵੇਖੀਏ, ਉਹ ਅਕਾਲ ਪੁਰਖ ਦਾ ਸਰੂਪ ਹੀ ਨਜ਼ਰ ਆਉਂਦਾ ਹੈ। ਉਹਦੇ ਵਿੱਚੋਂ ਹੀ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ, ਕਿਉਂਕਿ ਅਕਾਲ ਪੁਰਖ ਨੇ ਉਹ ਬਣਾਇਆ ਹੈ। ਇਹ ਹਰ ਕਾ ਰੂਪ ਹੈ। ਤੇ ਜਦੋਂ ਬਖਸ਼ਿਸ਼ ਹੋ ਜਾਂਦੀ ਹੈ, ਫਿਰ ਸਾਨੂੰ ਉਹਦੇ ਵਿੱਚੋਂ ਹੀ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ, ਹਰ ਰੂਪ ਨਜ਼ਰੀ ਆਏ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਜੇਤਾ ਕੀਤਾ ਉਹ ਤੇਤਾ ਨਾਮ। ਉਹ ਅਸਲ ਵਿੱਚ ਸਾਰਾ ਨਾਮ ਦਾ ਹੀ ਸਰੂਪ ਹੈ, ਨਾਮ ਦਾ ਹੀ ਸਰੂਪ ਹੈ। ਅਕਾਲ ਪੁਰਖ ਦੀ ਹਸਤੀ ਜੋ ਹੈ ਨਾਮ ਦੇ ਰਾਹੀਂ ਸਾਡੇ ਸਾਹਮਣੇ ਅੱਖਾਂ ਦੇ ਆਉਂਦੀ ਹੈ, ਤਾਂ ਉਹਦੀ ਜਿਹੜੀ ਹੋਂਦ ਹੈ ਇਹ ਉਹੀ ਇਸ ਜਗਤ ਦੇ ਵਿੱਚ ਜਿੰਨੀ ਰਚਨਾ ਹੈ ਉਹਦੇ ਵਿੱਚ ਹੈ। ਕਹਿਣ ਤੋਂ ਭਾਵ ਹੈ ਕਿ ਉਸ ਦਾ ਹੁਕਮ, ਉਸ ਦਾ ਨਾਮ, ਇਹ ਜਿਤਨੀ ਰਚਨਾ ਹੈ ਉਹ ਸਾਰੀ ਦੇ ਵਿੱਚ ਵਰਤ ਰਿਹਾ ਹੈ। ਜਿਤਨੀ ਵੀ ਉਸਨੇ ਰਚਨਾ ਕੀਤੀ ਹੈ ਉਹਦੇ ਵਿੱਚ ਉਹ ਅਕਾਲ ਪੁਰਖ ਖੁਦ ਬਜ਼ਾਤੇ ਖੁਦ ਨਾਮ ਦੇ ਰੂਪ ਦੇ ਵਿੱਚ ਉਹਦੇ ਵਿੱਚ ਮੌਜੂਦ ਹੈ। ਉਹਦੀ ਹੋਂਦ ਨਾਮ ਦੇ ਰੂਪ ਵਿੱਚ ਸਰਵ ਵਿਆਪਕ ਹੈ। ਵਿਣ ਨਾਵੈ ਨਾਹੀ ਕੋ ਥਾਉ। ਤੋ ਨਾਮ ਤੋਂ ਬਿਨਾ, ਨਾਮ ਤੋਂ ਬਿਨਾ ਜਾਂ ਨਾਮ ਤੋਂ ਖਾਲੀ ਇਸ ਜਗਤ ਦੇ ਵਿੱਚ, ਇਸ ਸ੍ਰਿਸ਼ਟੀ ਦੇ ਵਿੱਚ ਕੋਈ ਵੀ ਐਸੀ ਥਾਂ ਨਹੀਂ ਹੈ। ਹੁਣ ਥਾਂ ਦਾ ਅਰਥ ਸਿਰਫ ਸਥਾਨ ਨਹੀਂ ਹੈ। ਥਾਂ ਭਾਵ ਉਹਦਾ ਟਿਕਾਣਾ ਹਰ ਜਗ੍ਹਾ ਤੇ ਹੈ, ਹਰ ਜੀਵ ਦੇ ਵਿੱਚ ਹੈ, ਹਰ ਵਸਤੂ ਦੇ ਵਿੱਚ ਹੈ। ਜਾਂ ਆਪਾਂ ਇਹ ਕਹਿ ਲਈਏ ਕਿ ਉਹ ਕਣ ਕਣ ਦੇ ਵਿੱਚ ਮੌਜੂਦ ਹੈ, ਜ਼ਰੇ ਜ਼ਰੇ ਦੇ ਵਿੱਚ ਸਮਾਇਆ ਹੋਇਆ ਹੈ। ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ। ਤੋ ਹੇ ਅਕਾਲ ਪੁਰਖ ਵਾਹਿਗੁਰੂ, ਮੇਰੀ ਇੰਨੀ ਸਮਰੱਥਾ ਕਿੱਥੇ ਕਿ ਮੈਂ ਤੇਰੀ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾਂ ਏਕ ਵਾਰ। ਮੈਂ ਤਾਂ ਇੰਨਾ ਨਾਚੀਜ਼ ਹਾਂ, ਇੰਨਾ ਛੋਟਾ ਹਾਂ ਕਿ ਤੇਰੇ ਤੋਂ ਇੱਕ ਵਾਰੀ ਬਲਿਹਾਰ ਜਾਣ ਦੀ ਵੀ ਸਮਰੱਥਾ ਮੇਰੇ ਵਿੱਚ ਨਹੀਂ। ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਤੈਨੂੰ ਭਾਉਂਦਾ ਹੈ ਉਹੀ ਭਲਾ ਹੈ। ਜੋ ਤੂੰ ਬਣਾਇਆ ਹੈ ਆਪਣੀ ਮੌਜ ਦੇ ਵਿੱਚ ਆ ਕੇ, ਜੋ ਤੈਨੂੰ ਭਾਉਂਦਾ ਹੈ, ਜੋ ਤੂੰ ਸਾਜਿਆ ਹੈ, ਉਹ ਸਭ ਭਲਾ ਹੀ ਹੈ। ਜੋ ਵੀ ਤੂੰ ਕਰ ਰਿਹਾ ਹੈ, ਜੋ ਤੂੰ ਕਰਵਾ ਰਿਹਾ ਹੈ, ਉਹ ਸਭ ਭਲਾ ਹੀ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਮਾਇਆ ਤੋਂ ਰਹਿਤ ਦਿਸਦੇ ਤੋਂ ਪਰੇ ਵਾਹਿਗੁਰੂ, ਤੂੰ ਸਦਾ ਸਲਾਮਤ ਹੈ, ਸਦਾ ਥਿਰ ਹੈ। ਤੋ ਇਸ ਪੌੜੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ 3-4 ਚੀਜ਼ਾਂ ਸਮਝਾ ਕੇ ਅੱਗੇ ਤੋਰਿਆ ਹੈ। ਸਤਿਗੁਰੂ ਪਹਿਲਾਂ ਤੇ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਸਾਡੀ ਨਜ਼ਰ ਨੂੰ ਹੋਰ ਵਾਈਡਨ ਕਰਦੇ ਹਨ, ਹੋਰ ਡੂੰਘਾ ਕਰਦੇ ਹਨ, ਹੋਰ ਵੱਡਾ ਕਰਦੇ ਹਨ।
ਤੇ ਸਾਨੂੰ ਭਲੇ ਮਾੜੇ ਪੁਰਖਾਂ ਦੀ ਉਦਾਹਰਨ ਦੇ ਕੇ ਉਹਨਾਂ ਨੇ ਜੋ ਸਾਨੂੰ ਗੱਲ ਸਮਝਾਈ ਸੀ, ਇੱਕ ਪਹਿਲਾਂ ਸਾਦਾ ਆਪਾਂ ਕਹੀਏ ਕਿ ਸਿੰਪਲ ਐਗਜ਼ਾਮਪਲ ਦੇ ਕੇ ਸਤਿਗੁਰਾਂ ਨੇ ਸਮਝਾਈ ਸੀ। ਹੁਣ ਉਸ ਤੋਂ ਅੱਗੇ ਚੱਲਦੇ ਹਨ ਕਿ ਉਹ ਹੁਕਮ ਦੇ ਹੋਰ ਵੱਡੇ ਵਰਤਾਰੇ ਵੱਲ ਸਾਨੂੰ ਲੈ ਕੇ ਜਾਂਦੇ ਹਨ। ਅਸੰਖਾਂ ਭਵਨ, ਸ੍ਰਿਸ਼ਟੀਆਂ, ਥਾਵਾਂ, ਜੀਵਾਂ, ਇਹਨਾਂ ਤੱਕ ਲਿਜਾ ਕੇ ਸਾਨੂੰ ਕਹਿ ਰਹੇ ਹਨ ਕਿ ਸਭ ਜਗ੍ਹਾ ਤੇ ਉਸ ਦਾ ਹੁਕਮ ਹੀ ਵਰਤ ਰਿਹਾ ਹੈ। ਪਰ ਇਸ ਹੁਕਮ ਦੇ ਵਰਤਾਰੇ ਨੂੰ ਬਿਆਨ ਕਰਨ ਦੀ ਸਾਡੀ ਅਸਮਰੱਥਾ ਜਿਹੜੀ ਹੈ, ਇਨਕੈਪੈਸਿਟੀ ਹੈ, ਉਹਦੇ ਬਾਰੇ ਸਤਿਗੁਰੂ ਸਾਨੂੰ ਸੁਚੇਤ ਕਰ ਰਹੇ ਹਨ ਕਿ ਅਸੰਖ ਕਹਿ ਕੇ ਵੀ ਅਸਲ ਦੇ ਵਿੱਚ ਅਸੀਂ ਉਹਨੂੰ ਡਿਸਕ੍ਰਾਈਬ ਨਹੀਂ ਕਰ ਰਹੇ, ਬਲਕਿ ਅਸੀਂ ਅਸੰਖ ਕਹਿ ਕੇ ਆਪਣੀ ਇਨਐਡਿਕੁਏਸੀ ਦਾ, ਆਪਣੀ ਅਸਮਰੱਥਾ ਦਾ ਹੀ ਇਹ ਪ੍ਰਗਟਾਵਾ ਹੈ ਕਿ ਅਸੀਂ ਉਹਨੂੰ ਡਿਸਕ੍ਰਾਈਬ ਨਹੀਂ ਕਰ ਸਕਦੇ। ਮਤਾਂ ਇਸ ਭੁਲੇਖੇ 'ਚ ਪੈ ਜਾਈਏ ਕਿ ਅਸੀਂ ਅਸੰਖ 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 ਕਹਿ ਕੇ ਉਹਨੂੰ ਕਿਸੇ ਹਿਸਾਬ ਕਿਤਾਬ ਦੇ ਵਿੱਚ ਸਮਝ ਲਿਆ ਹੈ ਜਾਂ ਉਹਨੂੰ ਡਿਸਕ੍ਰਾਈਬ ਕਰ ਲਿਆ। ਫਿਰ ਸਾਡੀ ਦੂਜੀ ਅਸਮਰੱਥਾ ਵੱਲ ਸਤਿਗੁਰੂ ਕਹਿੰਦੇ ਹਨ ਕਿ ਜੇ ਅਸੀਂ ਅਕਾਲ ਪੁਰਖ ਨੂੰ ਬਿਆਨ ਕਰਨ ਦੀ ਸਮਰੱਥਾ ਨੰਬਰਸ ਦੇ ਨਾਲ ਅਸੰਖ ਕਹਿ ਕੇ ਸਾਡੀ ਪ੍ਰਗਟ ਹੋ ਰਹੀ ਹੈ ਕਿ ਅਸੀਂ ਸਮਰੱਥ ਨਹੀਂ ਹਾਂ, ਤਾਂ ਅੱਖਰ ਵੀ ਸਾਡੇ ਅਸਮਰੱਥ ਹਨ, ਜਿਨ੍ਹਾਂ ਦੀ ਓਟ ਅਸੀਂ ਲੈਂਦੇ ਹਾਂ ਹਰ ਚੀਜ਼ ਨੂੰ ਬਿਆਨ ਕਰਨ ਦੇ ਲਈ। ਕਿਉਂਕਿ ਅੱਖਰ ਵੀ ਜਿਹੜੇ ਹਨ ਉਹ ਹਰ ਚੀਜ਼ ਨੂੰ ਅਸੀਂ, ਸਤਿਗੁਰਾਂ ਨੇ ਕਿਹਾ ਕਿ ਅਸੀਂ ਬਿਆਨ ਕਰਨ ਲਈ ਵਰਤ ਰਹੇ ਹਾਂ। ਉਹਦੇ ਗੁਣ ਗਾਉਣ ਲਈ ਵੀ, ਉਹਦੀ ਸਿਫਤ ਸਲਾਹ ਕਰਨ ਲਈ ਵੀ, ਬੋਲਣ ਲਈ ਵੀ, ਲਿਖਣ ਲਈ ਵੀ, ਆਪਣੇ ਭਾਗ ਤੱਕ ਆਪਣੇ ਜਿਹੜੇ ਸਤਿਗੁਰਾਂ ਨੇ, ਅਕਾਲ ਪੁਰਖ ਨੇ ਸਾਨੂੰ ਦਿੱਤੇ ਹਨ, ਅਸੀਂ ਹਰ ਚੀਜ਼ ਦਾ ਵਿਖਾਣ ਅੱਖਰਾਂ ਦੇ ਨਾਲ ਕਰ ਸਕਦੇ ਹਾਂ। ਔਰ ਜਿਹਨੇ ਅੱਖਰ ਲਿਖੇ ਨੇ ਉਹਦੇ ਸਿਰ ਉੱਤੇ ਕੋਈ ਅੱਖਰ ਨਹੀਂ ਹੈ, ਉਹਦੇ ਕੋਈ ਭਾਗ ਨਹੀਂ ਹਨ, ਉਹਦਾ ਕੋਈ ਲੇਖਾ ਨਹੀਂ ਹੈ, ਉਹਦੇ ਕਈ ਮੁਤਾਬਕ ਹੀ ਅਸੀਂ ਜੀਵਨ ਜੀ ਰਹੇ ਹਾਂ। ਪਰ ਇਹ ਵੀ ਅਸਮਰੱਥ ਹਨ। ਅੱਖਰਾਂ ਨਾਲ ਅਸੀਂ ਸਭ ਕੁਝ ਕਿਉਂ ਨਾ ਦੱਸ ਲਈਏ, ਪਰ ਉਹ ਜਿਹੜਾ ਕਰਤਾ ਹੈ ਉਹ ਅੱਖਰਾਂ ਦਾ ਵੀ ਵਿਸ਼ਾ ਨਹੀਂ। ਉਹ ਸਾਡੇ ਅੱਖਰ ਉਹਨੂੰ ਆਪਣੇ ਕਲਾਵੇ ਦੇ ਵਿੱਚ, ਆਪਣੇ ਪਾਵਰ ਦੇ ਵਿੱਚ ਉਹ ਸਮੇਟ ਨਹੀਂ ਸਕਦੇ। ਤਾਂ ਨਾ ਤਾਂ ਸਾਡੀ ਗਿਣਤੀ ਮਿਣਤੀ ਵਿੱਚ ਸਮਰੱਥਾ ਹੈ, ਨਾ ਸਾਡੇ ਅੱਖਰਾਂ ਵਿੱਚ ਸਮਰੱਥਾ ਹੈ, ਕਿਉਂਕਿ ਉਹ ਅੱਖਰਾਂ ਤੋਂ ਪਰੇ ਦੀ ਗੱਲ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਫਿਰ ਅਸੀਂ ਉਹਦਾ ਰਸਤਾ ਕੀ ਹੈ ਸਾਡੇ ਕੋਲ? ਨਾ ਅਸੀਂ ਉਹਦੀ ਕੁਦਰਤ ਦਾ ਗਿਣਤੀ ਦੱਸ ਸਕਦੇ ਹਾਂ, ਨਾ ਸ਼ਬਦਾਂ ਦੀ ਵਰਤੋਂ ਨਾਲ ਉਹਨੂੰ ਡਿਸਕ੍ਰਾਈਬ ਕਰ ਸਕਦੇ ਹਾਂ। ਤਾਂ ਫਿਰ ਸ਼ਬਦ ਤਾਂ ਸਾਡੇ ਕੰਮ ਨਹੀਂ ਆ ਰਹੇ, ਤਾਂ ਫਿਰ ਅਸੀਂ ਉਹਦੇ ਬਾਰੇ ਸਮਝੀਏ ਕੀ ਤੇ ਕਿਵੇਂ? ਉਹਦੇ ਨਾਲ ਜੁੜਨਾ ਹੈ ਤਾਂ ਕਿੱਦਾਂ ਜੁੜੀਏ, ਉਹਨੂੰ ਮਹਿਸੂਸ ਕਿੱਦਾਂ ਕਰੀਏ, ਉਹਨੂੰ ਦੇਖੀਏ ਕਿੱਦਾਂ? ਤੇ ਸਤਿਗੁਰੂ ਜੀ ਸਾਨੂੰ ਉਹਦਾ ਵੱਲ ਦੱਸਦੇ ਹਨ ਕਿ ਕਿਸ ਤਰ੍ਹਾਂ ਉਹਦੇ ਨਾਲ ਜੁੜਨਾ ਹੈ ਤੇ ਕਿਸ ਤਰ੍ਹਾਂ ਉਹਦੇ ਨਾਲ ਪ੍ਰੇਮ ਕਰਨਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਬਸ ਇਹੀ ਗੱਲ ਸਮਝ ਲੈ ਕਿ ਜੋ ਵੀ ਉਸ ਦੀ ਕੁਦਰਤ ਹੈ, ਉਹਦੀ ਰਚਨਾ ਹੈ, ਉਹ ਸਭ ਕੁਝ ਉਸ ਦੀ ਹੋਂਦ ਵਾਲਾ ਹੀ ਹੈ। ਉਹ ਸਭ ਕੁਝ ਦੇ ਵਿੱਚ ਮੌਜੂਦ ਹੈ ਨਾਮ ਦਾ ਰੂਪ ਲੈ ਕੇ। ਉਹ ਨਾਮ ਦੇ ਰੂਪ ਦੇ ਵਿੱਚ ਸਾਰੀ ਕੁਦਰਤ ਦੇ ਵਿੱਚ ਮੌਜੂਦ ਹੈ। ਉਹ ਵਿਆਪਕ ਹੈ। ਉਹ ਵਿਆਪਕ ਵੀ ਇੱਕ ਰਸ ਵਿਆਪਕ ਹੈ, ਸਰਵ ਵਿਆਪਕ ਹੈ। ਸਰਵ ਵਿਆਪਕ ਦਾ ਅਰਥ ਹੈ, ਜਿੱਥੋਂ ਆਪਾਂ ਇਸ ਬਾਣੀ ਦੀ ਸ਼ੁਰੂਆਤ ਕੀਤੀ ਸੀ, ਜਦੋਂ ਅਸੀਂ ਇੱਕ ਓਂਕਾਰ ਦੇ ਅਰਥ ਕੀਤੇ ਸਨ, ਤੇ ਉਦੋਂ ਵੀ ਸਾਨੂੰ ਸਤਿਗੁਰਾਂ ਨੇ ਇਹੀ ਗੱਲ ਸਮਝਾਈ ਸੀ ਕਿ ਅਕਾਲ ਪੁਰਖ ਇੱਕ ਹੈ। ਉਹ ਇਸ ਰਚਨਾ ਦੇ ਵਿੱਚ ਸਮਾਇਆ ਹੋਇਆ ਹੈ ਤੇ ਉਹ ਇੱਕ ਰਸ ਵਿਆਪਕ ਹੈ ਪੂਰੀ ਰਚਨਾ ਦੇ ਵਿੱਚ। ਸਤਿਗੁਰੂ ਜੀ ਕਹਿ ਰਹੇ ਹਨ ਕਿ ਜੇਤਾ ਕੀਤਾ ਤੇਤਾ ਨਾਮ, ਵਿਣ ਨਾਮ ਹੈ ਨਾਹੀ ਕੋ ਥਾਂ। ਤਾਂ ਫਿਰ ਪ੍ਰੇਮ ਕਰਨ ਦਾ ਰਾਹ ਵੀ ਇੱਕੋ ਹੀ ਹੈ ਕਿ ਜੋ ਉਹਦੀ ਰਚਨਾ ਹੈ, ਅਗਰ ਉਸ ਨੂੰ ਮਹਿਸੂਸ ਕਰਨਾ ਹੈ, ਅਸੀਂ ਉਹਨੂੰ ਪਿਆਰ ਕਰਨਾ ਹੈ, ਉਹਦੇ ਨਾਲ ਜੁੜਨਾ ਹੈ, ਉਹਨੂੰ ਦੇਖਣਾ ਹੈ, ਤਾਂ ਉਹ ਸਾਰੀ ਰਚਨਾ ਦੇ ਵਿੱਚ ਸਮਾਇਆ ਹੋਇਆ ਹੈ। ਪੂਰੀ ਰਚਨਾ ਦੇ ਵਿੱਚੋਂ ਹੀ ਸਾਨੂੰ ਉਹਦੇ ਦਰਸ਼ਨ ਕਰਨੇ ਹਨ। ਤੇ ਦਰਸ਼ਨ ਕਰਕੇ ਵੀ ਅਸੀਂ ਕਿਸ ਅਵਸਥਾ ਦੇ ਵਿੱਚ ਜਾਣਾ ਹੈ? ਕੀ ਉਹਦੇ ਤੇ ਗ੍ਰੰਥ ਲਿਖ ਦੇਣੇ ਹਨ ਜਿਵੇਂ ਪੁਰਾਣੇ ਸਾਡੇ ਲਿਖਦੇ ਆਏ ਹਨ, ਜਾਂ ਅਸੀਂ ਉਹਦੀ ਡਿਸਕ੍ਰਿਪਸ਼ਨ ਦੇਣੀ ਸ਼ੁਰੂ ਕਰ ਦੇਣੀ ਹੈ? ਨਹੀਂ, ਸਤਿਗੁਰੂ ਕਹਿੰਦੇ ਹਨ ਕਿ ਉਹਦੇ ਦਰਸ਼ਨ ਉਹਦੀ ਰਚਨਾ ਦੇ ਵਿੱਚੋਂ, ਉਹਦੀ ਕੁਦਰਤ ਦੇ ਵਿੱਚੋਂ ਹੀ ਅਸੀਂ ਕਰਨੇ ਹਨ, ਕਿਉਂਕਿ ਉਹ ਸਾਰੀ ਕੁਦਰਤ ਦੇ ਵਿੱਚ ਨਾਮ ਦਾ ਰੂਪ ਲੈ ਕੇ ਸਮਾਇਆ ਹੋਇਆ ਹੈ। ਉਸ ਦੇ ਨਾਮ ਤੋਂ ਬਿਨਾਂ ਤਾਂ ਕੋਈ ਥਾਂ ਹੈ ਹੀ ਕੋਈ ਨਹੀਂ। ਤਾਂ ਫਿਰ ਉਹਦੇ ਨਾਲ ਜੁੜਨਾ ਵੀ ਹੈ ਤਾਂ ਅਸੀਂ ਉਹਦੀ ਰਚਨਾ ਦੇ ਦੇਖ ਕੇ ਉਹਦੇ ਨਾਲ ਪਿਆਰ ਪਾਉਣਾ ਹੈ। ਤੇ ਪਿਆਰ ਪਾਉਣ ਦਾ ਤਰੀਕਾ ਸਤਿਗੁਰਾਂ ਨੇ ਕਿਹਾ ਹੈ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ
ਨਿਰੰਕਾਰ। ਇਹ ਪ੍ਰੇਮ ਦੀ ਇੰਤਹਾ ਹੁੰਦੀ ਹੈ ਕਿ ਜਦੋਂ ਕੋਈ ਪ੍ਰੇਮੀ ਆਪਣੇ ਆਪ ਨੂੰ ਆਪਣੇ ਪ੍ਰੇਮੀ ਤੋਂ ਕੁਰਬਾਨ ਕਰ ਦਿੰਦਾ ਹੈ, ਵਾਰਿਆ ਜਾਂਦਾ ਹੈ, ਬਲਿਹਾਰ ਜਾਂਦਾ ਹੈ, ਤਾਂ ਸਤਿਗੁਰੂ ਸਾਨੂੰ ਕਹਿੰਦੇ ਹਨ ਕਿ ਉਹਦੇ ਨਾਲ ਇੰਨਾ ਪ੍ਰੇਮ ਕਰੋ ਕਿ ਉਸ ਇੰਤਹਾ ਦੀ ਅਵਸਥਾ ਤੱਕ ਪਹੁੰਚ ਜਾਓ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤੱਤ ਸਾਡੇ ਸਾਹਮਣੇ ਰੱਖਿਆ ਕਮਾਲ ਦਾ ਹੈ। ਕਹਿੰਦੇ ਇਨਸਾਨ ਦੀਆਂ ਤਿੰਨੇ ਅਸੰਖ ਵਾਲੀਆਂ ਪੌੜੀਆਂ ਨੂੰ ਜਦੋਂ ਅਸੀਂ ਵੇਖਦੇ ਹਾਂ ਤੇ ਇਹ ਨਾ ਸਮਝ ਲਵੇ ਕਿ ਮੈਂ ਗਿਆਨ ਦੇ ਨਾਲ, ਆਪਣੀ ਸਿਆਣਪ ਦੇ ਨਾਲ, ਆਪਣੀ ਚਲਾਕੀ ਦੇ ਨਾਲ, ਅੱਖਰਾਂ ਦੇ ਨਾਲ, ਬੋਲੀ ਦੇ ਨਾਲ ਉਸ ਪਰਮੇਸ਼ਰ ਦੇ ਅਭੇਦ ਨੂੰ, ਉਹਦੇ ਭੇਦ ਨੂੰ ਸਮਝ ਲਵਾਂਗਾ। ਹੁਣ ਅੱਜ ਉਹਦੀ ਵਿਸ਼ਾਲਤਾ ਤੇ ਬੇਅੰਤਤਾ ਦਾ ਇੰਨਾ ਕੁ ਜ਼ਿਕਰ ਕਰ ਦਿੱਤਾ ਇਸ ਪੌੜੀ ਦੇ ਵਿੱਚ ਕਿ ਇਨਸਾਨ ਸੋਚ ਹੀ ਨਹੀਂ ਸਕਦਾ ਕਿ ਮੈਂ ਉਸ ਪਰਮੇਸ਼ਰ ਦੇ ਅੰਤ ਬਾਰੇ ਗੱਲ ਕਰਾਂ। ਸਾਡੀ ਗਿਆਨਤਾ ਇੱਕ ਲਾਲਟਨ ਵਰਗਾ ਹੈ। ਲਾਲਟਨ ਪੁਰਾਣੇ ਸਮੇਂ 'ਚ ਹੁੰਦੀ ਸੀ, ਜਿਹਦੀ ਪੜ੍ਹਾਈ ਵੀ ਅਸੀਂ ਲਾਲਟਨ ਵਿੱਚ ਕਰਦੇ ਰਹੇ ਹਾਂ। ਜਦੋਂ ਬੱਤੀ ਨਹੀਂ ਸੀ, ਬਿਜਲੀ ਨਹੀਂ ਸੀ ਹੁੰਦੀ, ਤੇ ਲਾਲਟਨ ਦੀ ਰੋਸ਼ਨੀ ਬੜੀ ਮੱਧਮ ਹੁੰਦੀ ਹੈ, ਪਰ ਮੱਧਮ ਵੀ ਹੁੰਦੀ ਹੈ ਤੇ ਉਹਦੇ ਵਿੱਚੋਂ ਰੋਸ਼ਨੀ ਦੇ ਨਾਲ ਹੀ ਉਹਦੇ ਅੰਦਰ ਕਾਲਖ ਵੀ ਲੱਗ ਜਾਂਦੀ ਹੈ। ਜਦੋਂ ਉਹਨੂੰ ਕਾਲਖ ਲੱਗ ਜਾਂਦੀ ਤਾਂ ਉਹਦੀ ਚਿਮਨੀ ਦੇ ਵਿੱਚੋਂ ਰੋਸ਼ਨੀ ਹੋਰ ਮੱਧਮ ਹੋ ਜਾਂਦੀ, ਬਾਹਰ ਕੁਛ ਨਜ਼ਰ ਹੀ ਨਹੀਂ ਆਉਂਦਾ। ਹੁਣ ਕਾਲਖ ਕਿਤੋਂ ਬਾਹਰੋਂ ਤਾਂ ਆਈ ਨਹੀਂ, ਕਾਲਖ ਸਾਡੇ ਅੰਦਰੋਂ ਆ ਗਈ। ਤੇ ਚਿਮਨੀ ਦੇ ਜਿਹੜੀ ਚਿਮਨੀ ਸੀ ਮੈਲੀ, ਹੁਣ ਉਹ ਗਿਆਨ ਅੱਗੇ ਦੇ ਨਹੀਂ ਸਕਦੀ। ਗੁਰੂ ਜੀ ਕਹਿੰਦੇ ਵੀ ਬੁੱਧੀ ਦਾ ਸਾਡੀ ਗਿਆਨ ਲਾਲਟਨ ਦੀ ਰੋਸ਼ਨੀ ਵਰਗਾ ਸੀ, ਸਿਰਫ ਇੰਨਾ ਕੀ ਹੈ। ਐਵੇਂ ਭੁਲੇਖਾ ਨਾ ਖਾ ਜਾਣਾ ਵੀ ਆਪਣੇ ਗਿਆਨ ਦੇ ਨਾਲ ਅਸੀਂ ਜਪ ਦੀਆਂ ਗੱਲਾਂ ਕਰ ਲਈਏ, ਅਸੀਂ ਮੂਰਖਾਂ ਦੀਆਂ ਗੱਲਾਂ ਕਰ ਲਈਏ, ਅਸੀਂ ਪੰਚਾਂ ਦੀਆਂ ਗੱਲਾਂ ਕਰ ਲਈਏ। ਕਹਿੰਦੇ ਸਾਡੀ ਬੁੱਧੀ, ਸਾਡਾ ਗਿਆਨ, ਸਾਡਾ ਤਾਂ ਉਹ ਲਾਲਟਨ ਵਰਗਾ, ਉਹਦੀ ਰੋਸ਼ਨੀ ਵਰਗਾ ਹੈ। ਪਰ ਉਸ ਗਿਆਨ ਨੂੰ ਵੀ ਸਾਡੇ ਨੂੰ ਇੱਕ ਮੈਲ ਲੱਗੀ ਹੋਈ, ਉਹ ਹਉਮੈ ਦੀ ਹੈ। ਗਿਆਨ ਨੂੰ ਵੀ ਮੈਲ ਲੱਗੀ ਹੋਈ ਹੈ, ਜਿਹੜਾ ਸਾਡਾ ਗਿਆਨ ਹੈ, ਜਿਹਨੂੰ ਅਸੀਂ ਅੰਤ ਦੀ ਪਹੁੰਚ ਦੀਆਂ ਗੱਲਾਂ ਕਰਦੇ ਹਾਂ। ਸੀਮਤ ਗਿਆਨ ਤੇ ਹਉਮੈ, ਫਿਰ ਦੋਨੇ ਗੱਲਾਂ ਬੇਸ਼ੱਕ ਰੱਬ ਦੀਆਂ ਅਸੀਂ ਕਰੀ ਜਾਈਏ, ਪਰ ਰੱਬ ਨੂੰ ਇਸ ਢੰਗ ਦੇ ਨਾਲ ਵੇਖਿਆ ਨਹੀਂ ਜਾ ਸਕਦਾ, ਨਾ ਹੀ ਉਹਨੂੰ ਬਿਆਨ ਕੀਤਾ ਜਾ ਸਕਦਾ। ਇਹ ਤਾਂ ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਦੇਖਣ ਦਾ ਬਸ ਇੱਕੋ ਹੀ ਬੇਨਤੀ ਹੈ, ਕਰੋ ਕਿਰਪਾ ਪਰਮ ਚੁੱਕ ਹੀ ਮੈਂ ਸਮਤ ਦਿਓ ਸਮਝਾਏ। ਬਸ ਆਹ ਢੰਗ ਹੈ ਜਿਹੜਾ ਕੁਦਰਤ ਕਮਰ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾਰ। ਤੇਰਾ ਹਰ ਕਰਮ ਗੁਣ ਹੈ ਵਾਹਿਗੁਰੂ ਜੀ, ਤੇਰਾ ਹਰ ਕਰਮ ਗੁਣ ਹੈ ਤੇ ਹਰ ਗੁਣ ਤੇਰਾ ਨਾਮ ਹੈ। ਜੇ ਤੇਰਾ ਹਰ ਕਰਮ ਗੁਣ ਹੈ, ਹਰ ਗੁਣ ਤੇਰਾ ਨਾਮ ਹੈ, ਤੇ ਫਿਰ ਤੇਰੇ ਗੁਣ ਹੀ ਇੰਨੇ ਨੇ ਤੇ ਨਾਮ ਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ? ਉਹ ਤਾਂ ਸੰਖ ਲਫ਼ਜ਼ ਵੀ ਛੋਟਾ ਪੈ ਜਾਂਦਾ। ਤੇਰੇ ਕਰਮ ਬੇਅੰਤ ਨੇ, ਤੇਰੇ ਨਾਮ ਬੇਅੰਤ ਨੇ, ਇਸ ਕਰਕੇ ਤੇਰੇ ਗੁਣ ਵੀ ਬੇਅੰਤ ਨੇ। ਹੁਣ ਸਾਡੇ ਕੋਲ ਉਨੀ ਬੁੱਧੀ ਨਹੀਂ ਹੈ, ਸਾਡੀ ਸਿਆਣਪ ਨਹੀਂ ਹੈ ਵੀ ਅਸੀਂ ਉਹਦਾ ਅੰਤ ਪਾ ਲਈਏ, ਨਾ ਅਸੀਂ ਅੰਤ ਪਾ ਸਕਦੇ ਹਾਂ। ਤੇਰੀ ਕੁਦਰਤ ਦੀ ਵੀ ਕੋਈ ਸੀਮਾ ਨਹੀਂ ਹੈ। ਹਾਲੇ ਤੱਕ ਤਾਂ ਅਸੀਂ ਇਹ ਵੀ ਨਹੀਂ ਜਾਣ ਸਕੇ ਕਿ ਸੰਸਾਰ ਜਿਹੜਾ ਉਸਨੇ ਸਾਜਿਆ ਹੈ, ਉਹ ਅਸੀਂ ਤਾਂ ਇਹ ਵੀ ਨਹੀਂ ਜਾਣ ਸਕੇ ਵੀ ਉਹਦੀ ਰਚਨਾ ਕਿਹੋ ਜਿਹੀ ਹੈ। ਦੇਖੋ ਤੁਸੀਂ, ਅਨੇਕਾਂ ਥਾਵਾਂ ਤੇ ਅਨੇਕਾਂ ਨਾਮ ਅਜਿਹੇ ਹਨ ਜਿਨ੍ਹਾਂ ਬਾਰੇ ਸਾਨੂੰ ਅਜੇ ਤੱਕ ਹੀ ਸਾਇੰਟਿਸਟ ਨੂੰ ਕੋਈ ਗਿਆਨ ਨਹੀਂ। ਗਲੈਕਸੀ ਦੀ ਗੱਲ ਕਰੋ ਕਿ ਜਿੱਥੇ ਇੱਕ ਤਾਰੇ ਦਾ ਵੀ ਗਿਆਨ ਨਹੀਂ ਹੋਇਆ ਅਜੇ ਤੱਕ, ਇੱਕ ਤਾਰੇ ਦਾ ਵੀ। ਤੇ ਕਰੋੜਾਂ ਤੇ ਅਰਬਾਂ ਦੀ ਗਿਣਤੀ ਵਿੱਚ ਜੋ ਚਮਕਦੇ ਹੋਏ ਤਾਰੇ ਨੇ, ਉਹਨਾਂ ਦਾ ਗਿਆਨ ਕਰਨਾ ਤਾਂ ਬੜੀ ਔਖੀ ਗੱਲ ਹੈ। ਹਲੇ ਤੱਕ ਤਾਂ ਇੱਕ ਤਾਰੇ ਦਾ ਗਿਆਨ ਤੱਕ ਨਹੀਂ ਅਸੀਂ ਪਹੁੰਚੇ। ਸਾਡੇ ਸਾਇੰਟਿਸਟ, ਸਾਡੇ ਵਿਦਵਾਨ ਜਾਂ ਜਿਹਨੂੰ ਰਿਸਰਚ ਵਾਲੇ, ਇੱਕ ਤਾਰੇ ਦੀ ਉਹਦੇ ਤੇ ਕੀ ਹੈ, ਵਸੋਂ ਹੈ ਨਹੀਂ ਹੈ, ਉਹਦੇ ਬਾਰੇ ਗਿਆਨ। ਇੱਕ ਗਲੈਕਸੀਜ਼ ਦੀ ਏਡੀ ਵੱਡੀ ਉਹਦੀ ਕਾਇਨਾਤ, ਉਹਦੀ ਕੁਦਰਤ ਨੂੰ ਕੌਣ ਕਹਿ ਸਕਦਾ? ਉਹ ਤਾਂ ਪਤਾ ਨਹੀਂ, ਅਰਬਾਂ ਖਰਬਾਂ ਸਾਲ ਇਨਸਾਨ ਲੱਗੇ ਰਹਿਣਗੇ ਉਹਨਾਂ ਦੀ ਹੋਂਦ ਨੂੰ ਲੱਭਣ ਦੇ ਲਈ, ਉਹੀ ਅਜੇ ਤੱਕ ਨਹੀਂ ਲੱਭੀ। ਅਜੇ ਤੱਕ ਤਾਂ ਮਨੁੱਖ ਤਾਰਿਆਂ ਦਾ ਭੇਦ ਪਾ ਹੀ ਨਹੀਂ ਸਕਿਆ। ਫਿਰ ਉਹ ਹੁਣ ਬੋਲੀ ਦੀ ਗੱਲ ਗੁਰੂ ਪਾਤਸ਼ਾਹ ਨੇ ਬੜੀ ਕਮਾਲ ਦੀ ਕੀਤੀ, ਕਹਿੰਦੇ ਬੋਲੀ ਵੀ ਤਾਂ ਉਹਦੀ ਦਾਤ ਹੈ ਨਾ। ਹੁਣ ਬੋਲੀ ਦਾਤ ਮਿਲੀ ਹੈ ਉਹਦੇ ਗੁਣਾਂ ਨੂੰ ਗਾਉਣ ਲਈ, ਨਾ ਕਿ ਦਾਤ ਮਿਲੀ ਹੈ ਉਹਦੇ ਅੰਤ ਪਾਉਣ ਲਈ, ਅਸੰਖ ਕਹਿਣ ਲਈ ਵੀ ਨਹੀਂ ਮਿਲੀ।
बोली एक दात है मेरे मालिक दी, मेरे परमेश्वर दी एक दात है। जिसको बोली नहीं उन्हें पुछ के देखो बोली दी वैल्यू की है। एक कीमती दात है, बोलण नाल ही है ना, बोलण नाल ही संबंध जुड़दा है, बोलण नाल ही सारी गल हुंदी है, ते बोलण नाल ही सारी कहानी बनदी है। ते जी कीमती दात मिली है, असंख कहण लई नहीं मिली। ਇਹ ਤਾਂ ਮਿਲੀ ਕਦ ਲਈ ਹੈ, ਕੋਈ ਨਾ ਜਾਣੇ ਤੇਰਾ ਕੀਤਾ, ਕੇਵੜ ਚੀਰਾ ਕਹਿਣ ਲਈ ਮਿਲੀ ਹੈ। ਬੋਲੀ ਇਸ ਕਰਕੇ ਮਿਲੀ ਹੈ, ਨਾ ਕਿ ਅਸੀਂ ਇਹ ਗੱਲਾਂ ਕਰਨ ਲੱਗ ਪਈਏ ਵੀ ਆ ਮੂਰਖ ਨੇ ਜੀ, ਆ ਸਿਆਣੇ ਨੇ ਜੀ, ਇਹ ਜਪਣ ਵਾਲੇ ਨੇ, ਇਹ ਭੌ ਵਿੱਚ ਰਹਿਣ ਵਾਲੇ ਨੇ, ਆ ਭਾਵਨੀ ਵਾਲੇ ਨੇ। ਬੋਲੀ ਇਸ ਕਰਕੇ ਨਹੀਂ ਮਿਲੀ ਕਿ ਉਹਦੀ ਖੇਡ ਆ, ਉਹ ਖੇਡ ਖਿਡਾਈ ਜਾ ਰਿਹਾ। ਅਕਾਲ ਪੁਰਖ ਅੱਖਰਾਂ ਦੀ ਸੀਮਾ ਤੋਂ ਹੀ ਬਾਹਰ ਹੈ। ਦੂਜੇ ਲਫ਼ਜ਼ਾਂ 'ਚ ਆਪਾਂ ਇਹ ਗੱਲ ਕਰ ਲਈਏ, ਸੀਮਾ ਤੋਂ ਬਾਹਰ ਹੈ। ਅੱਖਰਾਂ 'ਚ ਵੇਦ ਲਿਖੇ ਹੈ, ਬੋਲ ਕੇ ਜਾਂ ਲਿਖ ਕੇ ਬਿਆਨ ਅੱਖਰਾਂ ਦਾ ਹੀ ਹੁੰਦਾ ਹੈ, ਪਰ ਅਕਾਲ ਪੁਰਖ ਅੱਖਰਾਂ ਦੀ ਸੀਮਾ ਤੋਂ ਬਾਹਰ ਹੈ। ਇਸ ਕਰਕੇ ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ। ਫਿਰ ਕਹਿੰਦੇ ਨੇ ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਜਿਨ੍ਹਾਂ ਨੇ ਵੇਦ ਲਿਖਤੇ ਉਹਦੇ ਡੂੰਘਾਈ ਦੀ ਗੱਲਾਂ ਕਰਨ ਦੇ ਲਈ ਉਹ ਕਹਿਣਗੇ ਅਸੀਂ ਰੱਬ ਨੂੰ ਦੇ ਲਿਖ ਦਿੱਤਾ, ਲੇਕਿਨ ਇਹ ਬ੍ਰਹਮਾ ਵੇਦ ਕੋਈ ਉਹਦਾ ਅੰਤ ਪਾ ਨਹੀਂ ਸਕੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਕਿਹਾ ਸੀ ਤੇਰਾ ਅੰਤ ਪਾਉਣਾ। ਉਹਨੇ ਕਿਹਾ ਬਸ ਤੇਰੇ ਗੁਣ ਗਾਵਾਂ। ਇਹ ਇੱਕ ਬੁਝਾਈ ਦੇ ਗੁਰਾ, ਇੱਕ ਦੇ ਬੁਝਾਈ, ਸਭਨਾ ਜੀਆਂ का एक दाता सो मैं विसर ना जाई। तो ऐसा ਹੁਕਮੀ ਬੰਦਾ ਬਣਨ ਦੀ ਗੱਲ ਜਿਹੜੀ ਕੀਤੀ ਗੁਰੂ ਪਾਤਸ਼ਾਹ ਜੀ ਨੇ, ਵੀ ਹਰ ਚੀਜ਼ ਜਿਹੜੀ ਅੱਖਰਾਂ ਦੇ ਅਧੀਨ ਹੈ ਸੰਸਾਰ ਦੀ, ਪਰ ਪਰਮੇਸ਼ਰ ਅੱਖਰਾਂ ਦੀ ਸੀਮਾ ਤੋਂ ਬਾਹਰ ਹੈ। ਇੱਕ ਅੱਖਰਾਂ ਦੇ ਵਿੱਚ ਵੀ ਇਹਨੂੰ ਅਸੀਂ ਨਹੀਂ ਬੰਨ੍ਹ ਸਕਦੇ, ਅੱਖਰਾਂ ਦੇ ਵਿੱਚ ਵੀ ਇਹਨੂੰ ਅਸੀਂ ਕਾਬੂ ਨਹੀਂ ਕਰ ਸਕਦੇ। ਇਸ ਵਾਸਤੇ ਗੁਰੂ ਸਾਹਿਬ ਜੀ ਨੇ ਅੱਜ ਦੀ ਇਸ ਪੌੜੀ ਦੇ ਕੀ ਨਿਚੋੜ ਕੱਢਿਆ, ਜਿਹੜੀਆਂ ਪਹਿਲੀਆਂ ਪੌੜੀਆਂ ਦੇ ਨਾਲ ਰਲਾ ਕੇ। ਭਲਿਓ ਐਸਾ ਨਾ ਸਮਝ ਲੈਣਾ ਵੀ ਅਸੀਂ ਉਹਦੇ ਗੁਣਾਂ ਨੂੰ ਗਾ ਰਹੇ ਹਾਂ, ਅਸੀਂ ਉਹਦੀ ਵਡਿਆਈ ਕਰ ਰਹੇ ਹਾਂ। ਅਸੀਂ ਦੇਖ ਲਿਆ ਸੰਸਾਰ 'ਚ ਇਹੋ ਜਿਹੇ ਲੋਕ ਨੇ, ਸੰਸਾਰ 'ਚ ਇਹੋ ਜਿਹੇ ਲੋਕ ਨੇ, ਮੂਰਖ ਨੇ, ਉਹਨਾਂ ਦਾ ਕੋਈ ਨਹੀਂ ਅੰਤ। ਪਰ ਗੁਰੂ ਸਾਹਿਬ ਜੀ ਕਹਿੰਦੇ ਅਸਲ ਵਿੱਚ ਉਹਦਾ ਅੰਤ ਹੈ ਹੀ ਨਹੀਂ। ਇਸ ਪਾਸੇ ਨਾ ਆਪਣੇ ਗਿਆਨ ਦੀਆਂ ਗੱਲਾਂ ਨਾ ਕਰੀ, ਗਿਆਨ ਨੂੰ ਇੱਕ ਪਾਸੇ ਰੱਖ ਕੇ ਹਉਮੈ ਦਾ ਪਰਦਾ ਲਾ ਕੇ ਲੱਗੀ ਹੋਈ ਕਾਲਖ ਜਿਹੜੀ ਹੈ ਚਿਮਨੀ, ਉਹ ਤਾਂ ਗੰਦੀ ਹੈ, ਉਹਨੂੰ ਤਾਂ ਅੱਗੇ ਹੀ ਕਾਲਖ ਲੱਗੀ ਹੋਈ ਹੈ। ਉਹ ਗਿਆਨ ਦੀ ਹਉਮੈ ਦੀ ਕਾਲਖ ਹੈ, ਤੇ ਤੇਰਾ ਗਿਆਨ ਕੀ ਕਰੇਗਾ। ਇੱਕ ਲਫ਼ਜ਼ ਹੋਰ ਆਇਆ ਸੀ ਗਾਹ। ਗਾਹ ਲਫ਼ਜ਼ ਜੇ ਅਸੀਂ ਥੋੜ੍ਹੀ ਜਿਹੀ ਕਿਸਾਨੀ ਵੱਲ ਨੂੰ ਜਾਈਏ, ਮੈਂ ਸਿਰਫ ਉਹਦੀ ਵਿਆਖਿਆ ਥੋੜ੍ਹੀ ਜਿਹੀ ਇਸ ਕਰਕੇ ਕਰ ਰਿਹਾ ਵੀ ਸਾਨੂੰ ਗਾਹ ਦੇ ਅਸਲੀ ਗੱਲ ਪਤਾ ਹੋਣੀ ਚਾਹੀਦੀ ਹੈ। ਜਦੋਂ ਅਸੀਂ ਫਸਲ ਪੱਕ ਜਾਂਦੀ ਸੀ ਨਾ, ਕਣਕਾਂ ਪੱਕ ਜਾਂਦੀਆਂ ਸੀ, ਤੇ ਕਣਕ ਦੇ ਸਿੱਟਾ ਹੁੰਦਾ ਹੈ, ਦਾਣਾ ਨਹੀਂ ਸਾਹਮਣੇ ਨਜ਼ਰ ਆਉਂਦਾ, ਉੱਤੇ ਕਵਰ ਚੜਿਆ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ। ਹੁਣ ਕਵਰ ਦੇ ਵਿੱਚ ਦਾਣਾ ਹੈ, ਤੇ ਦਾਣੇ ਨੂੰ ਲੱਭਣ ਲਈ ਫਿਰ ਉਹਨੂੰ ਗਾਉਣਾ ਪੈਂਦਾ ਸੀ ਏਦਾਂ ਵਿਛਾ ਕੇ, ਤੇ ਉੱਤੇ ਫਲਾ ਕਹਿੰਦੇ ਸੀ ਉਹਨੂੰ, ਬਲਦਾਂ ਦੇ ਨਾਲ ਫਲੇ ਚਲਾਏ ਜਾਂਦੇ ਸੀ। ਅੱਜ ਕੱਲ੍ਹ ਤਾਂ ਥ੍ਰੈਸ਼ਰ ਦੇ ਨਾਲ ਜਾਂ ਕੰਬਾਈਨ ਦੇ ਨਾਲ ਉਹ ਦਾਣੇ ਕੱਢ ਲਏ ਜਾਂਦੇ ਨੇ, ਲੇਕਿਨ ਉਦੋਂ ਗਾਉਣਾ, ਉਹਨੂੰ ਗਾਉਣਾ ਕਹਿੰਦੇ ਸੀ। ਜਦੋਂ ਕਣਕ ਨੂੰ ਗਾਹ ਲਈਏ, ਭਾਵ ਅੰਦਰਲੇ ਗੁਣਾਂ ਨੂੰ ਪ੍ਰਗਟ ਕਰ ਲਈਏ, ਉਹਦੇ ਜਿਹੜੇ ਛੁਪੇ ਹੋਏ ਗੁਣ ਸਨ ਉਹ ਵੀ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਇੱਥੇ ਗਾਉਣ ਦੀ ਗੱਲ ਕੀਤੀ ਹੈ ਨਾ, ਭਲਿਆ ਇਹ ਬੜੀ ਡੀਪਲੀ ਇੱਕ ਗੱਲ ਹੈ। ਗੁਣ ਗਾਹ, ਅੰਦਰਲੇ ਗੁਣ ਜਿਹੜੇ ਨੇ ਭਰੇ, ਉਹ ਵੀ ਤਾਂ ਅੱਖਰਾਂ ਦੇ ਨਾਲ ਹੀ ਨੇ। ਅੱਖਰੀ ਗਿਆਨ ਗੀਤ ਗੁਣ ਗਾ, ਉਹਨਾਂ ਦਾ ਗਿਆਨ ਵੀ ਅੱਖਰਾਂ ਨਾਲ ਹੀ ਹੁੰਦਾ ਹੈ, ਭਾਵ ਉਹਨਾਂ ਨੂੰ ਗਾਇਆ ਵੀ ਅੱਖਰਾਂ ਨਾਲ ਹੀ ਜਾਂਦਾ। ਬਹੁਤ ਦੀਪ ਜੀ ਫਿਲਾਸਫੀ ਗੁਰੂ ਪਾਤਸ਼ਾਹ ਨੇ ਗੁਰਬਾਣੀ ਅੰਦਰ ਦਿੱਤੀ ਹੈ। ਗਾਉਣ ਦੀ ਗੱਲ ਜਿੱਥੇ ਆਈ, ਮੰਥਨ ਕਰਨਾ ਕਹਿ ਸਕਦੇ ਹਾਂ, ਉਹਨੂੰ ਚੰਗੀ ਤਰ੍ਹਾਂ ਗਾ ਕੇ ਉਹਦੇ ਵਿੱਚ ਗੁਣਾਂ ਦੇ ਅਖੀਰ ਤੱਕ ਪਹੁੰਚ ਜਾਣਾ। ਪਰ ਅਖੀਰ ਤੱਕ ਪਹੁੰਚ ਨਹੀਂ ਸਕਦੇ, ਕਿਉਂਕਿ ਅੱਖਰਾਂ ਦੀ ਇੱਕ ਸੀਮਾ ਹੈ, ਤੇ ਪਰਮੇਸ਼ਰ ਦੀ ਸੀਮਾ ਹੈ ਕੋਈ ਨਹੀਂ। ਉਹ ਤਾਂ ਪਾਰ ਬ੍ਰਹਮ ਬੇਅੰਤ ਹੈ, ਉਹਦੀ ਸੀਮਾ ਹੈ ਕਿ ਉਹਨੂੰ ਸੀਮਾ 'ਚ ਬੰਨਿਆ ਨਹੀਂ ਜਾ ਸਕਦਾ। ਬਹੁਤ ਬਹੁਤ ਧੰਨਵਾਦ ਵੀਰ ਪ੍ਰਭ ਕੀਰਤਨ ਸਿੰਘ ਜੀ, ਬਹੁਤ ਹੀ ਵਧੀਆ ਵਿਚਾਰ ਅੱਜ ਆਪ ਜੀ ਨੇ ਕੀਤੀ ਹੈ। ਮੈਂ ਤਾਂ ਸਿਰਫ ਉਹਦੇ ਲਈ ਹੋਰ ਸਮਝਣ ਲਈ ਆਪਣੇ ਬੁੱਧੀ ਨੂੰ ਕਹਿ ਲਈਏ ਵੀ ਗੱਲ ਕਰਨ ਦੇ ਲਈ ਆਪ ਜੀ ਨਾਲ ਗੱਲਾਂ ਕਰ ਲਈਆਂ, ਤੇ ਮੇਰਾ ਮਨ ਬੜਾ ਪ੍ਰਸੰਨ ਸੀ। ਬਿਸਮਾਦੀ ਅਵਸਥਾ ਦੀ ਗੱਲ ਹੁੰਦੀ ਹੈ ਜਦੋਂ ਇਹੋ ਵਿਚਾਰ ਸੁਣਦੇ ਹਾਂ। ਬਹੁਤ ਬਹੁਤ ਧੰਨਵਾਦ ਜੀ ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।